हेलो लिसनर्स एंड अ वेरी वार्म वेलकम टू एवरीवन। मैं ਅਮਨ ਵਾਈ ਮੀਡੀਆ ਦੀ ਤਰਫ ਤੋਂ ਰੇਡੀਓ ਵਾਈ ਸਾਊਥ ਏਸ਼ੀਅਨ ਪਲਸ ਸੁਪਰ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਇਸ ਸਮੇਂ ਆਪਣੇ ਨਾਲ ਸਟੂਡੀਓ ਦੇ ਵਿੱਚ ਗੁਰਦੀਪ ਜੀ ਵੀ ਮੌਜੂਦ ਨੇ, ਉਹਨਾਂ ਦਾ ਵੀ ਮੈਂ ਜ਼ਰੂਰ ਸਵਾਗਤ ਕਰਨਾ ਚਾਹੂੰਗੀ ਸ਼ੋਅ ਦੇ ਵਿੱਚ। ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਗੁਰਦੀਪ ਜੀ। ਥੈਂਕ ਯੂ ਵੈਰੀ ਮਚ ਅਮਨ ਜੀ। ਮੇਰੇ ਵੱਲੋਂ ਤੁਹਾਨੂੰ ਤੇ ਸਾਰੇ ਲਿਸਨਰ ਨੂੰ ਵੈਰੀ ਗੁੱਡ ਆਫਟਰਨੂਨ ਤੇ ਸਾਰਿਆਂ ਦਾ ਪ੍ਰੋਗਰਾਮ 'ਚ ਬਹੁਤ-ਬਹੁਤ ਸਵਾਗਤ ਜੀ। ਗੁਰਦੀਪ ਜੀ ਬਿਲਕੁਲ ਮੈਂ ਚਾਹੂੰਗੀ ਕਿ ਤੁਸੀਂ ਜ਼ਰੂਰ ਸ਼ੇਅਰ ਕਰੋ ਕਿ ਤੁਸੀਂ ਅੱਜ ਕਿੰਨਾ ਚੀਜ਼ਾਂ ਬਾਰੇ ਗੱਲਬਾਤ ਜੋ ਹੈ ਕਰਨਾ ਚਾਹੋਗੇ ਸ਼ੋਅ ਦੇ ਵਿੱਚ। ਅਮਨ ਜੀ ਤੁਹਾਨੂੰ ਪਤਾ ਹੈ ਕਿ ਸਾਡੀ ਜਿਹੜੀ ਸਟਾਰਟਿੰਗ ਹੈ ਹਮੇਸ਼ਾ ਹੀ ਪ੍ਰੋਗਰਾਮ ਦੇ ਵਿੱਚ ਜਿਹੜੇ ਲੋਕਲ ਇਸ਼ੂ ਨੇ, ਖਾਸ ਕਰ ਜੇ ਗੱਲ ਕਰੀਏ ਜੋ ਵੀ ਸਾਡੇ ਆਲੇ ਦੁਆਲੇ ਵਾਪਰਿਆ ਹੁੰਦਾ, ਟ੍ਰੈਫਿਕ ਦੇ ਵਿੱਚ ਰੋਬਰੀ ਹੋ ਰਹੀ ਹੁੰਦੀ ਨੇ, ਹੋਰ ਵੀ ਬੜਾ ਕੁਝ ਇੱਥੇ ਚੱਲ ਰਿਹਾ ਹੁੰਦਾ, ਉਹਦੇ ਬਾਰੇ ਗੱਲਬਾਤ ਦੇ ਨਾਲ ਹੀ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਲੇਕਿਨ ਤੁਹਾਨੂੰ ਪਤਾ ਹੈ ਕਿ ਜਿਹੜਾ ਵੈਂਸਡੇ ਵਾਲਾ ਦਿਨ ਹੈ ਇਹ ਸਪੈਸ਼ਲ ਜਿਹੜਾ ਰਿਜ਼ਰਵ ਕੀਤਾ ਹੁੰਦਾ ਅਸੀਂ ਜਿਹੜਾ ਰੀਅਲ ਸਟੇਟ ਤੇ ਇਹਦੇ ਨਾਲ ਇਕਨੋਮੀ ਦੀ ਗੱਲਬਾਤ ਲਈ। ਸੋ ਅੱਜ ਜਿਹੜੀ ਗੱਲਬਾਤ ਹੈ ਉਹ ਚੱਲ ਰਹੀ ਸੀ ਪਿਛਲੇ ਪ੍ਰੋਗਰਾਮ ਤੋਂ। ਸਾਡੇ ਨਾਲ ਜੁੜੇ ਨੇ ਪੀਕੇ ਸਬਰਵਾਲ ਹੁਣੀ ਤੇ ਉਹਨਾਂ ਨਾਲ ਰੀਅਲ ਸਟੇਟ ਦੇ ਬਾਰੇ ਜਿਹੜੇ ਸਾਡੇ ਸਵਾਲ ਨੇ, ਜਿਹੜੇ ਕੁਝ ਸਵਾਲ ਬੜੇ ਟੈਕਨੀਕਲ ਹੁੰਦੇ ਨੇ, ਕੁਝ ਬੜੇ ਆਮ ਇੱਕ ਸਧਾਰਨ ਇਨਸਾਨ ਦੇ ਸਵਾਲ ਹੁੰਦੇ ਨੇ। ਸੋ ਸਭ ਤਰ੍ਹਾਂ ਦੇ ਸਵਾਲ, ਸੋ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਹੋਵੇ, ਤੁਹਾਨੂੰ ਪਤਾ ਕਿ ਰੀਅਲ ਸਟੇਟ ਦਾ ਕੋਈ ਸਵਾਲ ਪੀਕੇ ਸਬਰਵਾਲ ਸਾਰੇ ਜਵਾਬ ਉਹਨਾਂ ਦੇ ਕੋਲ ਮੌਜੂਦ ਹੁੰਦੇ ਨੇ। ਸੋ ਪ੍ਰੋਗਰਾਮ 'ਚ ਉਹਨਾਂ ਦਾ ਸਵਾਗਤ ਕਰ ਲੈਂਦੇ ਆ। ਪੀਕੇ ਜੀ, ਵੈਲਕਮ ਟੂ ਰੇਡੀਓ ਬਾਏ। ਗੁੱਡ ਆਫਟਰਨੂਨ, ਹਾਊ ਆਰ ਯੂ? Thank you, Gurdeep ji. Thank you very much for having me on the air and good afternoon to all our listeners. ਜੀ ਗੁੱਡ ਆਫਟਰਨੂਨ ਪੀਕੇ ਜੀ। ਪੀਕੇ ਜੀ, ਸਭ ਤੋਂ ਪਹਿਲਾਂ ਤੇ ਮੈਂ ਚਾਹਾਂਗਾ ਕਿ ਤੁਸੀਂ ਆਪਣਾ ਫੋਨ ਨੰਬਰ ਅਨਾਉਂਸ ਕਰ ਦਿਓ ਤੇ ਉਸ ਤੋਂ ਬਾਅਦ ਜਿਹੜੀ ਸਵਾਲਾਂ ਦੀ ਸ਼ੁਰੂਆਤ ਕਰਦੇ ਆ। ਇਹਦੇ ਨਾਲ ਮੈਂ ਵੀ ਦੱਸ ਦਿਆਂ ਕਿ ਸਟੂਡੀਓ ਦਾ ਨੰਬਰ 9052269109 9052269109। ਰੀਅਲ ਸਟੇਟ ਦੇ ਉੱਪਰ ਕੋਈ ਵੀ ਤੁਹਾਡਾ ਸਵਾਲ ਹੈ, ਕਿਸੇ ਕਿਸਮ ਦੀ ਇਨਵੈਸਟਮੈਂਟ ਵੀ ਕਰਨੀ ਹੈ ਜਾਂ ਇਨ ਜਨਰਲ ਤੁਹਾਡਾ ਕੁਝ ਓਪੀਨੀਅਨ ਲੈਣਾ ਚਾਹੁੰਦੇ ਹੋ ਰੀਅਲ ਸਟੇਟ ਦੇ ਬਾਰੇ, ਤੁਸੀਂ ਸਟੂਡੀਓ 'ਚ ਕਾਲ ਕਰਕੇ ਜਿਹੜਾ ਗੱਲਬਾਤ ਕਰ ਸਕਦੇ ਹੋ ਪੀਕੇ ਜੀ ਦੇ ਨਾਲ ਤੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਬੜੇ ਆਰਾਮ ਦੇ ਨਾਲ ਤੇ ਬੜੇ ਐਕਸਪੀਰੀਅੰਸ ਦੇ ਨਾਲ। ਤੁਹਾਨੂੰ ਪਤਾ ਹੈ ਕਿ ਬਹੁਤ ਲੰਮੇ ਸਮੇਂ ਤੋਂ ਇਸ ਇੰਡਸਟਰੀ 'ਚ ਜੁੜੇ ਨੇ, ਸੋ ਬਹੁਤ ਸਾਰੇ ਸਵਾਲ ਹੁੰਦੇ ਨੇ ਸਾਡੇ ਮਨਾਂ ਦੇ ਵਿੱਚ, ਸਭ ਤਰ੍ਹਾਂ ਦੇ ਆਨਸਰ ਤੁਹਾਨੂੰ ਮਿਲਣਗੇ। ਸਟੂਡੀਓ ਨੰਬਰ 90522691। ਜੀ ਪੀਕੇ ਜੀ, ਫੋਨ ਨੰਬਰ ਤੇ ਫਿਰ ਸਾਡੇ ਸਵਾਲਾਂ ਦੀ ਜਿਹੜੀ ਮੇਰਾ ਫੋਨ ਨੰਬਰ ਜੀ 6472994757। I repeat 6472994757। ਤੁਹਾਡਾ ਕੋਈ ਕੁਐਸਚਨ ਹੈ ਜਾਂ ਕੋਈ ਚੀਜ਼ ਤੁਸੀਂ ਮੇਰੇ ਕੋਲ ਪੁੱਛਣਾ ਚਾਹੁੰਦੇ ਹੋ, ਪਲੀਜ਼ ਟੈਕਸਟ ਮੀ ਵਿਦ ਯੂਰ ਨੇਮ ਐਂਡ ਈਮੇਲ। ਪਲੀਜ਼ ਟੈਕਸਟ ਮੀ ਵਿਦ ਯੂਰ ਨੇਮ ਐਂਡ ਈਮੇਲ। ਇਹਦੇ ਬਗੈਰ ਅਗਰ ਕੋਈ ਮੈਨੂੰ ਕੁਐਸਚਨ ਕਰਦਾ ਤੇ ਮੈਂ ਉਹਨਾਂ ਨੂੰ ਜਵਾਬ ਨਹੀਂ ਦਿੰਦਾ ਹੁੰਦਾ, ਕਿਉਂਕਿ ਅਗਰ ਤੁਸੀਂ ਆਪਣਾ ਨਾਮ ਮੈਨੂੰ ਨਹੀਂ ਦੱਸ ਸਕਦੇ ਤਾਂ ਹਾਊ ਕੈਨ ਯੂ ਐਕਸਪੈਕਟ ਆਨਸਰ ਫਰਮ ਮੀ? ਇਟ ਇਜ਼ ਅ ਕਰਟਸੀ। ਮੈਂ ਬੜਾ ਕਲੀਅਰਲੀ ਗੱਲ ਕਰ ਰਿਹਾ। ਕੁਝ ਬੰਦਿਆਂ ਦੇ ਕੱਲ ਵੀ ਮੈਸੇਜ ਆਏ ਸੀਗੇ, ਉਹਨਾਂ ਨੇ ਸਿਰਫ ਸਿੰਪਲ ਜੀ ਗੱਲ ਕੀਤੀ ਮੈਨੂੰ, ਤੁਸੀਂ ਮੈਂ ਤੁਹਾਨੂੰ ਐਗਜ਼ਾਮਪਲ ਦੇ ਦੇਣਾ ਕਿ ਵਿਚ ਫਾਰਮ ਕੈਨ ਬੀ ਯੂਜ਼ਡ ਟੂ ਵੋਕੇਟ ਦਾ ਟੈਨੈਂਟ। ਬਸ ਇਹ ਲਾਈਨ ਲਿਖੀਏ, ਕੌਣ ਹੈ, ਕਿਸ ਕਿਸਮ ਦਾ ਟੈਨੈਂਟ ਹੈਗਾ, ਮੰਥ ਟੂ ਮੰਥ ਹੈ, ਈਅਰਲੀ ਹੈ, ਐਟਲੀਸਟ ਤੁਸੀਂ ਆਪਣਾ ਨਾਮ ਦੱਸੋ, ਈਮੇਲ ਦੱਸੋ। ਇੰਨਾ ਤੇ ਮੈਂ ਐਕਸਪੈਕਟ ਕਰਨਾ ਤੇ ਮੈਂ ਜਵਾਬ ਨਹੀਂ ਦਿੱਤਾ, ਕਿਉਂਕਿ ਆਈ ਐਕਸਪੈਕਟ ਕਿ ਤੁਸੀਂ ਵੀ ਬਿਲਕੁਲ ਕਲੀਅਰ ਹੋ ਕੇ ਮੇਰੇ ਅੱਗੇ ਆਪਣੇ ਨਾਮ ਦੱਸੋ, ਆਈਡੈਂਟੀਟੀ ਦੱਸੋ, ਤਾਂ ਮੈਂ ਤੁਹਾਨੂੰ ਆਨਸਰ ਦੇਵਾਂਗਾ। ਮੈਂ ਬੜੀ ਕਲੀਅਰਲੀ ਗੱਲ ਦੱਸ ਰਿਹਾ ਤੇ ਇਫ ਆਵਰ ਲਿਸਨਰਸ ਆਰ ਨਾਟ ਗੈਟਿੰਗ ਐਨੀ ਆਨਸਰ ਫਰਮ ਮੀ, ਦੈਟ ਮੀਨਸ ਕਿ ਉਹਨਾਂ ਦੇ ਕੁਐਸਚਨ ਦੇ ਅੰਦਰ ਕੋਈ ਨਾ ਕੋਈ ਕਮੀ ਹੈਗੀ, ਉਹ ਆਪਣਾ ਨਾਂ ਨਹੀਂ ਦੱਸਣਾ ਚਾਹੁੰਦੇ। ਅਗਰ ਉਹ ਆਪਣਾ ਨਾਂ ਨਹੀਂ ਦੱਸਣਾ ਚਾਹੁੰਦੇ ਤੇ ਮੈਂ ਆਨਸਰ ਵੀ ਨਹੀਂ ਦੇਣਾ ਚਾਹੁੰਦਾ। ਇਹ ਥੋੜੀ ਜਿਹੀ ਕੜਵੀ ਸੱਚਾਈ ਹੈਗੀ ਜਿਹੜੀ ਕਿ ਮੈਂ ਕਹਿਣਾ ਚਾਹੁੰਦਾ ਸੀਗਾ। ਤੇ ਇਫ ਯੂ ਵਾਂਟ ਐਨੀ ਚੀਜ਼ ਤੁਸੀਂ ਮੇਰੇ ਕੋਲ ਚਾਹੁੰਦੇ ਹੋ ਪੁੱਛਣਾ, ਪਲੀਜ਼ ਮੈਨੂੰ ਆਪਣਾ ਨਾਂ ਜ਼ਰੂਰ ਔਰ ਈਮੇਲ ਐਡਰੈਸ ਜ਼ਰੂਰ ਨਾਲ ਪਾਓ ਤੇ ਮੇਰੇ ਵੱਲੋਂ ਤੁਹਾਨੂੰ ਆਨਸਰ ਜ਼ਰੂਰ ਆਏਗਾ। ਔਰ ਮੇਰਾ ਨੰਬਰ ਮੈਂ ਰਿਪੀਟ ਕਰ ਦੇਣਾ 6472994757। ਠੀਕ ਹੈ, ਬਿਲਕੁਲ ਪੀਕੇ ਜੀ। ਇਹਦੇ ਬਾਰੇ ਤੇ ਮੈਨੂੰ ਲੱਗਦਾ ਕੋਈ ਦੋ ਰਾਏ ਹੋਣੀ ਨਹੀਂ ਚਾਹੀਦੀ, ਕਿਉਂਕਿ ਕੋਈ ਵੀ ਤੁਹਾਡੇ ਕੋਲ ਕੋਈ ਸਵਾਲ ਪੁੱਛ ਰਿਹਾ, ਜੇ ਤੁਹਾਨੂੰ ਪਤਾ ਹੀ ਨਹੀਂ ਕਿ ਕੌਣ ਪੁੱਛ ਰਿਹਾ ਤੇ ਕਿਉਂ ਪੁੱਛ ਰਿਹਾ, ਉਹਦਾ ਮਕਸਦ ਕੀ ਹੈ, ਤੇ ਮੈਨੂੰ ਲੱਗਦਾ ਨਹੀਂ ਕਿ ਉਹਨੂੰ ਆਨਸਰ ਇਨ ਜਨਰਲ ਜੇ ਗੱਲ ਕਰੀਏ ਕੋਈ ਪ੍ਰਾਈਵੇਟ ਨੰਬਰ ਤੋਂ ਮੈਨੂੰ ਵੀ ਕਾਲ ਆ ਜਾਏ ਤਾਂ ਮੈਂ ਵੀ ਉਹਦੀ ਆਨਸਰ ਜਿਹੜਾ ਉਹ ਨਹੀਂ ਕਰਨੀ ਜਿਹੜਾ ਪਸੰਦ ਕਰਦਾ। ਸੋ ਬਿਲਕੁਲ ਠੀਕ ਹੈ। ਇਨ ਪ੍ਰੋਫੈਸ਼ਨਲ ਤੇ ਮੈਨੂੰ ਲੱਗਦਾ ਕਿ ਪ੍ਰੋਫੈਸ਼ਨਲ ਜਿੰਨੇ ਵੀ ਨੇ ਉਹ ਸਭ ਇਹ ਚਾਹੁੰਦੇ ਨੇ ਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਕੌਣ ਉਹਨਾਂ ਨੂੰ ਕਾਲ ਕਰ ਰਿਹਾ, ਕੌਣ ਉਹਨਾਂ ਕੋਲ ਸਵਾਲ ਪੁੱਛ ਰਿਹਾ। ਸੋ ਪੀਕੇ ਜੀ, ਮੇਰਾ ਸਵਾਲ ਸਭ ਤੋਂ ਪਹਿਲਾਂ ਰੀਅਲ ਸਟੇਟ ਦੇ ਬਾਰੇ ਜੋ ਵੀ ਸਾਡੇ ਆਲੇ ਦੁਆਲੇ GTA ਦੇ ਵਿੱਚ ਜਾਂ ਤੁਸੀਂ ਕਹਿ ਲਓ ਕਿ ਪੂਰੇ ਕੈਨੇਡਾ ਦੇ ਵਿੱਚ ਵਾਪਰ ਰਿਹਾ। ਸਭ ਤੋਂ ਪਹਿਲਾ ਸਵਾਲ ਪੀਕੇ ਜੀ ਕਿ ਬਹੁਤ ਸਾਰੇ ਅੱਜ ਦੇ ਟਾਈਮ ਦੇ ਉੱਤੇ ਮੈਂ ਦੇਖਿਆ ਕਿ ਜਿਹੜੇ ਲੋਕ ਨੇ ਇੱਧਰ ਉੱਧਰ ਭੱਜ ਰਹੇ ਨੇ। ਕਹਿਣ ਤੋਂ ਮਤਲਬ ਕਿ ਪ੍ਰੋਵਿੰਸ ਤੋਂ ਪ੍ਰੋਵਿੰਸ ਵੀ ਜਿਹੜੇ ਕਾਫੀ ਮੂਵਿੰਗ ਹੋ ਰਹੀਆਂ ਨੇ, ਇੱਥੋਂ GTA ਤੋਂ ਬਾਹਰ ਵੀ ਲੋਕ ਕਾਫੀ ਬਾਹਰ ਜਾਣ ਦੀ ਟਰਾਈ ਕਰ ਰਹੇ ਨੇ, ਬਹੁਤ ਸਾਰੇ ਲੋਕ ਬਾਹਰੋਂ ਇੱਧਰ ਆਉਣ ਦੀ ਵੀ ਟਰਾਈ ਕਰ ਰਹੇ ਨੇ। ਸੋ ਬੈਸਟ ਐਡਵਾਈਸ ਜੇ ਆਪਾਂ ਸਵਾਲਾਂ ਦੀ ਸ਼ੁਰੂਆਤ ਕਰੀਏ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਰੀਅਲ ਸਟੇਟ ਜਿੱਥੇ ਅਸੀਂ ਰਹਿ ਰਹੇ ਹਾਂ, ਫਸਟ ਟਾਈਮ ਜਿਹੜੇ ਹੋਮ ਬਾਇਰ ਨੇ ਉਹਨਾਂ ਦੇ ਸਵਾਲ ਕੁਝ ਵੱਖਰੇ ਹੁੰਦੇ ਨੇ, ਇਨਵੈਸਟਰ ਦੇ ਵੱਖਰੇ ਹੁੰਦੇ ਨੇ, ਲੇਕਿਨ ਬੈਸਟ ਐਡਵਾਈਸ ਜੇ ਤੁਸੀਂ ਦੇਣੀ ਚਾਹੋ ਜਿਹੜੇ ਕੋਈ ਵੀ ਰੀਅਲ ਸਟੇਟ ਦੇ ਵਿੱਚ ਇੰਟਰਸਟ ਰੱਖਦੇ ਨੇ ਉਹਨਾਂ ਵਾਸਤੇ ਕੀ ਹੋਏਗੀ? ਜੀ ਮੈਂ ਗੁਰਦੀਪ ਜੀ ਬਿਲਕੁਲ ਇਸ ਗੱਲ ਦੇ ਉੱਤੇ ਗੌਰ ਕਰ ਜਾ ਰਹੀ। ਮੈਨੂੰ ਕਈ ਵਾਰ ਇਹੋ ਜਿਹਾ ਕੁਐਸਚਨ ਵੀ ਆ ਜਾਂਦਾ ਹੈ ਜਿਹਦਾ ਆਨਸਰ ਮੈਂ ਦੇ ਹੀ ਨਹੀਂ ਪਾਉਂਦਾ ਟੈਕਸਟ ਮੈਸੇਜ ਨਾਲ। ਅਗਰ ਮੈਂ ਇਸ ਤਰ੍ਹਾਂ ਟੈਕਸਟ ਮੈਸੇਜ ਪਾ ਕੇ ਲੰਬੇ ਆਨਸਰ ਦਿਆਂ ਤਾਂ ਮੈਨੂੰ ਲੱਗਦਾ ਇਹ ਫਿਜ਼ੀਬਲ ਹੀ ਨਹੀਂ ਹੈਗਾ, ਕਿਉਂਕਿ ਅਗਰ ਮੈਨੂੰ 200 ਇਸ ਤਰ੍ਹਾਂ ਦੇ ਕੁਐਸਚਨ ਆ ਜਾਣ, ਮੈਂ ਸਾਰਾ ਦਿਨ ਰੋਟੀ ਪਾਣੀ ਖਾਏ ਬਗੈਰ ਹੀ ਆਨਸਰ ਦਿੰਦਾ ਰਹਾਂ। ਪਤਾ ਕਿਸ ਤਰ੍ਹਾਂ ਕੁਐਸਚਨ ਜਿਸ ਤੁਸੀਂ ਪੁੱਛਿਆ ਕਿ ਮਾਰਕੀਟ ਕਿੱਥੇ ਜਾ ਰਹੀ ਹੈ, ਦੱਸੋ, ਮੈਂ ਉਹਦੇ ਉੱਤੇ ਪੂਰੀ ਰਾਮਾਇਣ ਲਿਖਾਂਗਾ। ਉਹਨਾਂ ਨੂੰ ਮੈਂ ਇੱਕ ਜਵਾਬ ਦੇਣਾ ਹੁੰਦਾ ਕਿ ਦਿਸ ਇਜ਼ ਨਾਟ ਅ ਕੁਐਸਚਨ ਟੂ ਬੀ ਆਸਕਡ ਹੇਅਰ, ਪਲੀਜ਼ ਕਾਲ ਮੀ ਔਨ ਵਾਈ ਮੀਡੀਆ। ਔਰ ਉਹ ਕੁਐਸਚਨ ਦੇ ਆਨਸਰ ਤੁਹਾਨੂੰ ਉੱਥੇ ਮਿਲਣਗੇ। ਇਹ ਜਨਰਲ ਕੁਐਸਚਨ ਹੈਗੇ ਨੇ, ਇਹ
ਇਹਦਾ ਦਾ ਇੰਡੀਵਿਜੂਅਲੀ ਮੈਂ ਆਨਸਰ ਨਹੀਂ ਦੇ ਸਕਦਾ, ਔਰ ਆਨਸਰ ਇੰਨੇ ਵੱਡੇ ਹੁੰਦੇ ਨੇ ਜਿਹਦੇ ਅੰਦਰ ਡਿਸਕਸ਼ਨ ਦੀ ਲੋੜ ਪੈਂਦੀ ਹੈ। ਜਿੱਦਾਂ ਤੁਸੀਂ ਮੈਨੂੰ ਹੁਣੇ ਪੁੱਛਿਆ ਇਟ ਇਜ਼ ਹੈਲਦੀ ਡਿਸਕਸ਼ਨ ਚੱਲ ਰਿਹਾ ਹੈ, ਲੰਬਾ ਡਿਸਕਸ਼ਨ ਚੱਲ ਰਿਹਾ। ਗੁਰਦੀਪ ਜੀ ਮੈਂ ਇਹਦਾ ਤੁਸੀਂ ਦੱਸੋਗੇ ਇਹਦਾ ਮੈਂ ਟੈਕਸਟ ਮੈਸੇਜ ਪਾ ਕੇ ਕੋਈ ਜਵਾਬ ਦੇ ਸਕਣਾ? ਕੁਐਸਚਨ ਹੀ ਇਹੋ ਜਿਹੇ ਆ ਜਾਂਦੇ ਨੇ। ਫਿਰ ਮੈਂ ਉਹਨਾਂ ਨੂੰ ਕਹਿਣਾ ਨਾ ਕਿ ਇਹ ਜਨਰਲ ਕੁਐਸਚਨ ਵਾਸਤੇ ਤੁਸੀਂ ਮੈਨੂੰ ਔਨ 에ਅਰ ਕਾਲ ਕਰੋ। ਕਈ ਵਾਰ ਮੈਨੂੰ ਲੀਗਲ ਕੁਐਸਚਨ ਆ ਜਾਂਦੇ ਜੀ ਜਿਨ੍ਹਾਂ ਨੂੰ ਮੈਨੂੰ ਜਵਾਬ ਦੇਣਾ ਪੈਂਦਾ ਹੈ ਕਿ ਜੀ ਆਈ ਐਮ ਨਾਟ ਅ ਲਾਇਰ। ਉਹ ਕਹਿੰਦੇ ਤੁਸੀਂ ਰੇਡੀਓ ਤੇ ਆ ਕੇ ਬੋਲ ਦਿੰਦੇ ਹੋ, ਤਾਂ ਫਿਰ ਮੈਂ ਕਿਹਾ ਤੁਸੀਂ ਰੇਡੀਓ ਤੇ ਆ ਕੇ ਪੁੱਛ ਲਓ, ਕਿਉਂਕਿ ਜਦ ਰੇਡੀਓ ਤੇ ਆ ਕੇ ਮੈਨੂੰ ਕੋਈ ਪੁੱਛਦਾ ਹੈਗਾ ਤੇ ਮੈਂ ਆਪਣੇ ਐਕਸਪੀਰੀਅੰਸ ਸ਼ੇਅਰ ਕਰ ਸਕਣਾ ਔਰ ਬਿਲਕੁਲ ਕਹਿ ਸਕਣਾ ਐਜ਼ ਪਰ ਮਾਈ ਐਕਸਪੀਰੀਅੰਸ ਦਿਸ ਸ਼ੁਡ ਬੀ ਦ ਰਿਜ਼ਲਟ, ਦਿਸ ਸ਼ੁਡ ਬੀ ਇਹ ਕੁਐਸਚਨ ਦਾ ਆਨਸਰ ਹੋਣਾ ਚਾਹੀਦਾ ਆਊਟ ਆਫ ਮਾਈ ਐਕਸਪੀਰੀਅੰਸ। ਲੇਕਿਨ ਬਾਈ ਰੀਕੋ ਰੀਅਲ ਕਾਉਂਸਲ ontario I am not allowed to give independent ਇੱਕ ਬੰਦੇ ਦਾ ਇੱਕ ਦਾ ਜਵਾਬ ਅਗਰ ਮੈਂ ਦੇਣਾ ਸ਼ੁਰੂ ਕਰਾਂਗਾ that will be going against me, ਮੇਰੇ ਅੱਗੇ ਚਲਾ ਜਾਂਦਾ ਹੈ, ਕਿਉਂਕਿ I am not a lawyer to give legal advice individual ਇੱਕ ਬੰਦੇ ਨੂੰ on his text message or email ਮੈਂ ਨਹੀਂ ਦੇ ਸਕਦਾ। ਤੇ ਮੈਂ ਇਹ ਵੀ ਗੱਲ ਦੱਸ ਦੇਣਾ ਕਿ ਰੇਡੀਓ ਤੇ ਆ ਕੇ ਪੁੱਛ ਕੇ ਫਾਇਦਾ ਇਹ ਹੁੰਦਾ ਹੈ ਕਿ ਇੱਕ ਤੇ ਮੈਂ ਜਨਰਲ ਉਹਨੂੰ ਬਣਾ ਕੇ ਆਪਣੇ ਐਕਸਪੀਰੀਅੰਸ ਦੇ ਸਾਹਮਣੇ ਜਵਾਬ ਦੇ ਸਕਣਾ, ਦੂਜਾ ਉਹਦਾ ਲੱਖਾਂ ਲੋਕਾਂ ਨੂੰ ਹੋਰ ਫਾਇਦਾ ਹੋ ਜਾਂਦਾ ਹੈ। ਇੰਡੀਵਿਜੂਅਲੀ ਮੈਂ ਦੇ ਨਹੀਂ ਸਕਦਾ ਉਹਨਾਂ ਨੂੰ, ਮੈਂ ਕਹਿਣਾ ਟਾਕ ਟੂ ਅ ਲਾਇਰ, ਕਿਉਂਕਿ ਮੈਂ ਤੇ ਲੀਗਲ ਐਡਵਾਈਸ ਦੇ ਹੀ ਨਹੀਂ ਸਕਦਾ, ਔਰ ਉਹ ਲਿਖ ਕੇ ਅਗਰ ਮੇਰੇ ਕੋਲ ਪੁੱਛ ਰਹੇ ਨੇ ਤੇ ਦੈਟ ਮੀਨਸ ਇਟਸ ਲੀਗਲ ਐਡਵਾਈਸ। ਤੇ ਇਹ ਵੀ ਗੱਲ ਜਿਹੜੀ ਬੜੀ ਇੰਪੋਰਟੈਂਟ ਸੀਗੀ। ਬਾਕੀ ਗੁਰਦੀਪ ਜੀ ਮੈਂ ਇਹ ਗੱਲ ਦੱਸਾਂ ਕਿ ਜਿਹੜੀ ਤੁਸੀਂ ਇਨਵੈਸਟਮੈਂਟ ਦੀ ਗੱਲ ਕਰ ਰਹੇ ਹੋ ਜਾਂ ਫਸਟ ਟਾਈਮ ਬਾਇਰ ਦੀ ਗੱਲ ਕਰ ਰਹੇ ਹੋ, ਇਹ ਬਿਲਕੁਲ ਤੁਸੀਂ ਠੀਕ ਕਿਹਾ ਕਿ ਇਹ ਪਰਸਨ ਟੂ ਪਰਸਨ ਡਿਪੈਂਡ ਕਰਦਾ ਹੈਗਾ ਹਰੇਕ ਬੰਦੇ ਦੀ। ਜਿਸ ਤਰ੍ਹਾਂ ਮੈਂ ਕੁਝ ਕੁਐਸਚਨ ਜਿਸ ਤਰ੍ਹਾਂ ਮੇਰੀ ਮੀਟਿੰਗ ਹੁੰਦੀ ਹੈ ਤੇ ਮੈਂ ਸਟਾਰਟ ਕਰਨਾ ਕਿ ਤੁਸੀਂ ਇਸ ਕੈਨੇਡਾ ਦੇ ਕਦਮ ਦੇ ਆਏ ਹੋਏ ਹੋ, ਨੰਬਰ 1, ਨੰਬਰ 2 ਤੁਹਾਡੀ ਕੀ ਜੌਬ ਹੈਗੀ, ਨੰਬਰ 3 ਤੁਹਾਡੇ ਸਪਾਊਸ ਦੀ ਕੀ ਜੌਬ ਹੈਗੀ, ਨੰਬਰ 4 ਤੁਹਾਡੀ ਉਮਰ ਕੀ ਹੈਗੀ, ਨੰਬਰ 5 ਤੁਹਾਡੀ ਇਨਕਮ ਕੀ ਹੈਗੀ, ਨੰਬਰ 6 ਤੁਹਾਡੀ ਕਮਿਊਟਿੰਗ ਕੀ ਹੈਗੀ, ਤੁਹਾਡੇ ਬੱਚਿਆਂ ਦੀ ਕੀ ਉਮਰ ਹੈਗੀ, ਉਹਨਾਂ ਦੀ ਸਕੂਲਿੰਗ ਦੀ ਕੀ ਪ੍ਰਾਇੋਰਟੀ ਹੈਗੀ। ਇਹ ਸਾਰੀ ਗੱਲਾਂ ਜਦ ਤੱਕ ਨਹੀਂ ਪਤਾ ਚੱਲਣਗੀਆਂ ਮੈਂ ਦੱਸ ਹੀ ਨਹੀਂ ਸਕਦਾ ਕਿ ਤੁਸੀਂ ਕਿੱਥੇ ਕਰ ਲਓ, ਕਿਉਂਕਿ ਇਹਨਾਂ ਸਾਰੀ ਗੱਲਾਂ ਤੇ ਬਹੁਤ ਡਿਪੈਂਡ ਕਰਦਾ। ਕਈਆਂ ਦੀ ਪ੍ਰਾਇੋਰਟੀ ਹੁੰਦੀ ਹੈ ਸਕੂਲਿੰਗ, ਕਈਆਂ ਦੀ ਪ੍ਰਾਇੋਰਟੀ ਹੁੰਦੀ ਹੈ ਜੀ ਬੱਚੇ ਬੜੇ ਛੋਟੇ ਜਾਂ ਨਹੀਂ ਹੈਗੇ ਜੇ ਬੱਚੇ ਤੇ ਮੈਨੂੰ ਜੌਬ ਚੰਗੀ ਚਾਹੀਦੀ ਹੈ ਔਰ ਚੰਗੀ ਜੌਬ ਮੇਰੀ ਇੱਥੇ ਪਈ ਹੋਈ ਹੈ, ਇਸ ਕਰਕੇ ਘਰ ਮੈਂ ਉਹਦੇ ਨਾਲ ਲਾਂਗਾ। ਕਈਆਂ ਨੂੰ ਹੁੰਦਾ ਕਿ ਜੀ ਮੇਰੀ ਜੌਬ ਇਸ ਤਰ੍ਹਾਂ ਦੀ ਹੈ ਕਿ ਮੈਂ ਘਰ ਬੈਠ ਕੇ ਕੰਮ ਕਰ ਸਕਦਾ, ਮੈਨੂੰ ਕਿੱਥੇ ਵੀ ਲੈ ਦਿਓ। ਕਈਆਂ ਨੂੰ ਇਹ ਹੁੰਦਾ ਜੀ ਮੈਨੂੰ ਮਿਨੀਮਮ ਇਹ ਰਿਕੁਆਇਰਮੈਂਟ ਹੈਗੀ ਪਰ ਮੇਰੀ ਇਨਕਮ ਹੈਗੀ, ਪੋਜੀਸ਼ਨ ਟਾਈਟ ਹੈਗੀ ਤੇ ਮੈਨੂੰ ਉਹਨੂੰ ਥੋੜਾ ਦੂਰ ਲੈ ਕੇ ਜਾਣਾ ਪੈਂਦਾ। ਕਈਆਂ ਨੂੰ ਇਹ ਹੁੰਦਾ ਹੈ ਕਿ ਨਹੀਂ ਜੀ ਮੈਨੂੰ ਤੇ ਛੋਟਾ ਵੀ ਘਰ ਚੱਲੇਗਾ, 2 ਬੈਡਰੂਮ ਦਾ ਵੀ ਚੱਲੇਗਾ ਲੇਕਿਨ ਮੇਰੀ ਜੌਬ ਦੇ ਕੋਲ ਹੋਏਗਾ, ਜਾਂ ਕਈਆਂ ਦਾ ਜੀ ਮੈਨੂੰ ਛੋਟਾ ਵੀ ਘਰ ਚੱਲੇਗਾ, 2 ਬੈਡਰੂਮ ਦਾ ਵੀ ਚੱਲੇਗਾ ਲੇਕਿਨ ਮੇਰੇ ਬੱਚਿਆਂ ਦੇ ਸਕੂਲ ਦੇ ਕੋਲ ਚੱਲੇਗਾ। ਤੇ ਇਹ ਸਾਰੀ ਚੀਜ਼ਾਂ ਵਾਸਤੇ ਮੈਂ ਸਟਰੋਂਗਲੀ ਰਿਕਮੈਂਡ ਕਰਾਂਗਾ ਇਟ ਇਜ਼ ਫ੍ਰੀ, ਮੈਨੂੰ ਆ ਕੇ ਤੁਸੀਂ ਮਿਲੋ, ਮੈਨੂੰ ਟੈਕਸਟ ਮੈਸੇਜ ਪਾਓ, ਬੈਠਾਂਗੇ 45 ਮਿੰਟਸ, ਮੇਰੀ 7 ਅਪਾਇੰਟਮੈਂਟਸ ਰੋਜ਼ ਦੀਆਂ ਹੁੰਦੀਆਂ ਨੇ, ਇਸ ਤਰ੍ਹਾਂ ਮੈਂ ਕਰ ਨਹੀਂ ਪਾਉਂਦਾ, ਤੇ ਮੈਨੂੰ ਟੈਕਸਟ ਮੈਸੇਜ ਪਾਓ, ਆ ਕੇ ਮਿਲੋ, ਤੁਹਾਡੀ ਫਾਈਲ ਬਣੇਗੀ, ਤੁਹਾਨੂੰ ਪੂਰਾ ਸਮਝਾਇਆ ਜਾਏਗਾ, ਯੂ ਵਿਲ ਬੀ ਵੈਰੀ ਹੈਪੀ ਵੈਨ ਯੂ ਲੀਵ ਮਾਈ ਆਫਿਸ। ਉਹਦੇ ਬਾਅਦ ਸਾਡੇ ਵੱਲੋਂ ਕਦੀ ਕਾਲ ਤੁਹਾਨੂੰ ਆਏਗੀ ਨਹੀਂ, ਅਸੀਂ ਤੁਹਾਨੂੰ ਕਦੀ ਵੀ ਕਾਲ ਨਹੀਂ ਕਰਾਂਗੇ, ਡੋਂਟ ਬਾਦਰ, ਕਿਉਂਕਿ ਅਕਸਰ ਆਦਮੀ ਗੁਰਦੀਪ ਜੀ ਇਸ ਕਰਕੇ ਨਹੀਂ ਕੰਟੈਕਟ ਕਰਦਾ ਰੀਅਲਟਰ ਨੂੰ ਕਿ ਉਹ ਪਿੱਛੇ ਪੈ ਜਾਂਦੇ ਨੇ, ਤੇ ਅਸੀਂ ਕਾਲ ਹੀ ਨਹੀਂ ਕਰਦੇ। ਤੁਹਾਡਾ ਆਪਣਾ ਰਿਲੇਟਿਵ ਹੈਗਾ, ਦੋਸਤ ਹੈਗਾ, ਕੋਈ ਵੀ ਹੈਗਾ, ਉਹਦੇ ਨਾਲ ਕੰਮ ਕਰਨਾ ਕਰੋ। ਅਸੀਂ ਆਪਣਾ ਧਰਮ ਪੂਰਾ ਕਰਤਾ, ਤੁਹਾਨੂੰ ਸਮਝਾਤਾ, ਅਗਰ ਤੁਹਾਨੂੰ ਸਾਡੀ ਲੋੜ ਹੈ ਤੁਸੀਂ ਉਹਨੂੰ ਕੰਟੈਕਟ ਦੁਬਾਰਾ ਕਰ ਲਓ, ਅਸੀਂ ਤੁਹਾਡੀ ਫਾਈਲ ਅਸੀਂ ਬਣਾ ਕੇ ਰੱਖ ਦਿੰਦੇ ਹੁੰਦੇ ਹਾਂ, ਜਿਸ ਦਿਨ ਤੁਸੀਂ ਸਾਨੂੰ ਮਿਲ ਕੇ ਆਉਂਦੇ ਹੋ ਤੁਹਾਨੂੰ ਦੁਬਾਰਾ ਦੱਸਣ ਦੀ ਲੋੜ ਹੀ ਨਹੀਂ, ਕਿਉਂਕਿ ਤੁਹਾਡੀ ਫਾਈਲ ਬਣ ਚੁੱਕੀ ਹੁੰਦੀ ਹੈ। ਅਸੀਂ ਉਸ ਫਾਈਲ ਦੇ ਉੱਤੇ ਅਗਰ ਇਹ ਇੰਸਟਰਕਸ਼ਨ ਹੁੰਦੀ ਹੈ ਕਿ ਵੀ ਸ਼ੁਡ ਕੰਟੈਕਟ them, we contact you, ਅਗਰ ਇੰਸਟਰਕਸ਼ਨ ਨਹੀਂ ਹੁੰਦੀ ਤਾਂ ਉਸ ਫਾਈਲ ਨੂੰ ਅਸੀਂ ਆਪਣੇ ਆਪ ਪੈਕ ਕਰਕੇ ਅੰਦਰ ਰੱਖ ਦਿੰਦੇ ਹਾਂ, ਕਦੀ ਤੁਸੀਂ ਦੁਬਾਰਾ ਕਾਲ ਕਰਦੇ ਹੋ ਤੇ ਅਸੀਂ ਉਸ ਫਾਈਲ ਨੂੰ ਖੋਲ ਲੈਂਦੇ ਹਾਂ। ਤੇ ਇਸ ਕਰਕੇ ਮੈਂ ਸਟਰੋਂਗਲੀ ਰਿਕਮੈਂਡ ਕਰਾਂਗਾ ਕਿ ਤੁਸੀਂ ਮੀਟਿੰਗ ਰੱਖੋ ਤੇ ਉਹ ਜ਼ਿਆਦਾ ਬੈਟਰ ਹੈ ਤੁਹਾਡੇ ਵਾਸਤੇ, ਤਾਂ ਹੀ ਅਸੀਂ ਤੁਹਾਨੂੰ ਦੱਸ ਸਕਾਂਗੇ ਕਿ ਤੁਹਾਡੇ ਪ੍ਰੋਫਾਈਲ ਦੇ ਹਿਸਾਬ ਨਾਲ ਜੀ ਕਿੱਥੇ ਤੁਹਾਨੂੰ ਕਰ ਲੈਣਾ ਚਾਹੀਦਾ ਔਰ ਕਿੰਨੇ ਦਾ ਲੈਣਾ ਚਾਹੀਦਾ ਜੀ। ਜੀ ਬਿਲਕੁਲ ਪੀਕੇ ਜੀ, ਬਹੁਤ ਤੁਸੀਂ ਬੈਸਟ ਆਨਸਰ ਕੀਤਾ, ਕਿਉਂਕਿ ਮੇਰਾ ਸਵਾਲ ਇਸ ਕਰਕੇ ਸੀ ਕਿ ਮੈਂ ਪਰਸਨਲ ਐਕਸਪੀਰੀਅੰਸ ਨਾਲ ਇਹ ਸਵਾਲ ਪੁੱਛਿਆ ਸੀ, ਕਿਉਂਕਿ ਮੇਰੇ ਬਹੁਤ ਕਲੋਜ਼ ਫਰੈਂਡ ਸੀ ਜਿਨ੍ਹਾਂ ਦੀ ਇੱਥੇ ਜੌਬ ਵਗੈਰਾ ਬਿਲਕੁਲ ਠੀਕ ਸੀ, ਵਧੀਆ ਸੀ, ਸਾਰਾ ਕੁਝ ਠੀਕ ਚੱਲ ਰਿਹਾ ਸੀ, ਲੇਕਿਨ ਘਰ ਉਹ ਨਹੀਂ ਲੈ ਪਾ ਰਹੇ ਸੀ। ਹੋਇਆ ਕਿ ਜੋ ਵੀ ਐਡਵਰਟਾਈਜ਼ਮੈਂਟ ਤੁਹਾਨੂੰ ਪਤਾ ਕਿ ਇੱਥੇ ਰੇਡੀਓਜ਼ ਤੇ ਹੋਰ ਨਿਊਜ਼ਪੇਪਰ ਐਵਰੀਥਿੰਗ ਉੱਥੇ ਚੱਲਦੀ ਹੈ, ਤੇ ਉਹਨਾਂ ਨੇ ਇਹ ਸੋਚ ਕੇ ਕਿ ਇੱਥੇ ਅਫੋਰਡ ਨਹੀਂ ਕਰ ਸਕਦੇ, ਉਹ ਮੂਵ ਹੋ ਗਏ ਪ੍ਰੋਵਿੰਸ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਹੋਇਆ ਇਸ ਤਰ੍ਹਾਂ ਕਿ ਉੱਥੇ ਘਰ ਤੇ ਅਫੋਰਡੇਬਿਲਿਟੀ ਦੇ ਵਿੱਚ ਸੀ, ਲੇਕਿਨ ਜੌਬ ਮਾਰਕੀਟ ਜਿਹੜੀ ਉਹ ਐਜ਼ ਕੰਪੇਅਰ ਟੂ ਜੇ GTA ਇੱਥੇ ਓਨਟਾਰੀਓ ਦੀ ਗੱਲ ਕਰੀਏ, ਉੱਥੇ ਓਪਰਚੁਨਿਟੀਜ਼ ਕਾਫੀ ਜਿਹੜੀਆਂ ਉਹ ਘੱਟ ਸਨ, ਜਿਹੜੀ ਇੰਡਸਟਰੀ 'ਚ ਉਹ ਵਰਕ ਕਰ ਰਹੇ ਸਨ। ਸੋ ਹੋਇਆ ਕਿ ਉੱਥੇ ਜਾ ਕੇ ਉਹਨਾਂ ਦੀ ਜੌਬ ਦੀ ਪ੍ਰੋਬਲਮ ਆ ਗਈ, ਸੋ ਉਹ ਨਾ ਉਧਰ ਜੋਗੇ ਰਹੇ ਤੇ ਨਾ ਇੱਧਰ ਜੋਗੇ ਰਹੇ, ਤੇ ਉਹ ਦੁਬਾਰਾ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹ ਇੱਥੇ ਆ ਜਾਣ। ਇੱਥੇ ਆਣ ਕੇ ਉਹ ਜੌਬ ਵੀ ਲੂਜ਼ ਕਰ ਚੁੱਕੇ ਸਨ। ਸੋ ਹੋਇਆ ਇਸ ਤਰ੍ਹਾਂ ਪੀਕੇ ਜੀ ਕਿ ਇਸ ਸਭ ਦੇ ਦੌਰਾਨ 1.5 ਸਾਲ ਲੰਘਣ ਦੇ ਬਾਅਦ ਕਾਫੀ ਕੁਝ ਗਵਾ ਕੇ ਦੁਬਾਰਾ ਹੁਣ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਨਵੇਂ ਸਿਰੋਂ ਆਪਣੀ ਲਾਈਫ ਜਿਹੜੀ ਉਹ ਇੱਕ ਤਰ੍ਹਾਂ ਸ਼ੁਰੂ ਕਰਨੀ ਪੈ ਰਹੀ ਹੈ। ਸੋ ਮੇਰਾ ਮੈਂ ਨਾ ਇਸੇ ਕਰਕੇ ਜਿਹੜੇ ਨਵੀਂ ਇਮੀਗ੍ਰੈਂਟ ਆਉਂਦੇ ਨਾ ਜੀ, ਮੈਂ ਉਹਨਾਂ ਨੂੰ ਸਟਰੋਂਗਲੀ ਰਿਕਮੈਂਡ ਕਰਨਾ ਕਿਸੇ ਰੀਅਲਟਰ ਦੀ ਗੱਲ 'ਚ ਨਾ ਜਾਓ, ਇਨਕਲੂਡਿੰਗ ਪੀਕੇ ਸਬਰਵਾਲ। ਪਹਿਲਾ ਸਾਲ ਤੁਸੀਂ ਕਿਰਾਏ ਤੇ ਬੈਠੋ, ਜਦ ਤੱਕ ਤੁਸੀਂ ਸੈਟਲ ਨਹੀਂ ਹੁੰਦੇ। ਫਸਟ ਈਅਰ ਗੋ ਔਨ ਰੈਂਟ, ਜਲਦਬਾਜ਼ੀ ਨਾ ਕਰੋ। ਕਈ ਮੇਰੇ ਕੋਲ ਇਹੋ ਜਿਹੇ ਆਉਂਦੇ ਨੇ, ਅਸੀਂ ਮੰਥ ਟੂ ਮੰਥ ਕਰ ਲਿਆ ਸੀ ਜੀ, 2-3 ਮਹੀਨੇ ਦਾ ਕੀਤਾ ਸੀ ਕਿਉਂਕਿ ਅਸੀਂ ਘਰ ਜਲਦੀ ਲੈਣਾ ਸੀ। ਫਿਰ ਬਾਅਦ ਵਿੱਚ ਪਤਾ ਚੱਲਦਾ ਜੀ ਘਰ ਉਹਨਾਂ ਨੇ ਲੈ ਲਿਆ ਮਿਸਾਗਾ, ਜੌਬ ਉਹਨਾਂ ਦੀ ਲੱਗੀ ਏਜੈਕਸ, ਜਾਂ ਉਹਨਾਂ ਨੇ ਘਰ ਲੈ ਲਿਆ ਏਜੈਕਸ, ਜੌਬ ਲੱਗੀ ਉਹਨਾਂ ਦੀ ਓਕਵਿਲ।
ਤੇ ਉਹ ਉਹਨਾਂ ਦੇ ਸਿਰਦਰਦੀ ਬਣ ਗਈ ਉਹਨਾਂ ਵਾਸਤੇ ਬੜੀ ਵੱਡੀ। ਤੇ ਮੈਂ ਬਿਲਕੁਲ ਰਿਕਮੈਂਡ ਕਰਾਂਗਾ ਜਿਨ੍ਹਾਂ ਦੀ ਜੌਬ ਅਜੇ ਸੈਟਲ ਨਹੀਂ ਹੋਈ ਜਾਂ ਨਵੇਂ ਇਮੀਗ੍ਰੈਂਟ ਨੇ, ਉਹ ਪਹਿਲੇ ਆ ਕੇ 1 ਸਾਲ ਕਿਰਾਏ ਤੇ ਰਹਿਣ, ਸਾਨੂੰ ਆ ਕੇ ਮਿਲਣ। ਅਸੀਂ ਨਵੇਂ ਇਮੀਗ੍ਰੈਂਟ ਵਾਸਤੇ ਫ੍ਰੀ ਸਰਵਿਸਿਜ਼ ਵੀ ਦਿੱਤੀਆਂ ਹੋਈਆਂ ਨੇ ਸਾਡੇ ਆਫਿਸ ਅੰਦਰ। ਇਨ ਹਾਊਸ ਸਾਡੇ ਕੋਲ ਲੀਜ਼ਿੰਗ ਡਿਪਾਰਟਮੈਂਟ ਹੈਗਾ, ਇਨ ਹਾਊਸ ਸਾਡੇ ਕੋਲ ਲਾਇਰ ਹੈਗੇ ਨੇ, ਇਨ ਹਾਊਸ ਸਾਡੇ ਕੋਲ ਮਾਰਗੇਜ ਬ੍ਰੋਕਰਸ ਹੈਗੇ ਨੇ, ਤੇ ਉਹ ਅਸੀਂ ਫ੍ਰੀ ਸਰਵਿਸ ਦਿੰਦੇ ਆ। ਯੂ ਡੋਂਟ ਹੈਵ ਟੂ ਪੇ ਐਨੀਥਿੰਗ। 1 ਸਾਲ ਅਸੀਂ ਤੁਹਾਨੂੰ ਸੈਟਲ ਕਰਨੇ ਆ, ਬਿਠਾਣੇ ਆ ਰੈਂਟ ਦੇ ਉੱਤੇ। ਉਹਦੇ ਬਾਅਦ ਤੁਹਾਡੀ ਜੌਬ ਵਾਸਤੇ ਵੀ ਤੁਹਾਡੀ ਹੈਲਪ ਕਰਨੇ ਆ। ਉਹਦੇ ਬਾਅਦ ਜੌਬ ਲੱਗਣ ਦੇ ਬਾਅਦ ਫਿਰ ਅਸੀਂ ਸੋਚਦੇ ਹਾਂ ਹੁਣ ਕਰਕੇ ਇਸ ਤਰ੍ਹਾਂ ਕੀਤਾ ਜਾਏ। ਇਹ ਬੜਾ ਇੰਪੋਰਟੈਂਟ ਹੈਗਾ ਜੀ। ਔਰ ਤੁਹਾਡੀ ਗੱਲ ਬਹੁਤ ਚੰਗੀ ਸੀਗੀ ਜੇ ਤੁਸੀਂ ਕੁਐਸਚਨ ਕੀਤਾ ਕਿ ਕਿੱਥੇ ਲਿੱਤਾ ਜਾਏ, ਔਰ ਨਵੇਂ ਇਮੀਗ੍ਰੈਂਟ ਦੀ ਤੁਸੀਂ ਗੱਲ ਦੱਸੀ BC ਦੀ। ਐਂਡ ਬਾਕੀ ਅਸੀਂ ਇਹ ਸਾਲ 10-12 ਕੇਸਾਂ ਵਿੱਚ ਦੇਖ ਲੈਂਦੇ ਆ ਕਿ ਇੱਥੋਂ ਕਲਗਰੀ ਚਲੇ ਗਏ, ਕਲਗਰੀ ਵਾਪਸ ਮੁੜ ਕੇ ਫਿਰ ਇੱਥੇ ਆ ਗਏ, ਜਾਂ ਹੋਰ ਦੂਰ ਤੇ ਛੱਡੋ ਕਿੰਗਸਟਨ ਘਰ ਲੈ ਲਿਆ, ਜੌਬ ਜਿਹੜੀ ਹੈਗੀ ਲੱਗੀ ਤੁਹਾਡੀ ਮਿਲਟਨ, ਉਹਨੂੰ 3 ਘੰਟੇ ਡਰਾਈਵ ਕਰਨ ਰੋਜ਼ ਦਾ। ਤੇ ਮੈਂ ਇਹ ਕਹਾਂਗਾ ਕਿ ਪਹਿਲਾ ਸਾਲ ਜ਼ਰੂਰ ਕਿਰਾਏ ਤੇ ਰਹੋ। ਤੁਹਾਨੂੰ ਇਹਦਾ ਨਾ ਇੱਕ ਹੋਰ ਫਾਇਦਾ ਗੁਰਦੀਪ ਜੀ ਕਿ ਤੁਹਾਨੂੰ ਆਦਤ ਪੈ ਜਾਂਦੀ ਹੈ ਇੱਥੇ ਦੇ ਮਾਹੌਲ ਵਿੱਚ ਰਹਿਣ ਦੀ। ਤੁਹਾਨੂੰ ਪਤਾ ਚੱਲ ਜਾਂਦਾ ਹੈ ਕਿ ਬਿਜਲੀ ਹਾਈਡਰੋ ਦਾ ਇੱਥੇ ਕੀ ਸਿਸਟਮ ਹੈਗਾ, ਪਾਣੀ ਪਲੰਬਿੰਗ ਦਾ ਕੀ ਸਿਸਟਮ ਹੈਗਾ, ਇੱਥੇ ਹੈਂਡੀਮੈਨ ਦਾ ਕੀ ਸਿਸਟਮ ਹੈਗਾ, ਇੱਥੇ ਜਿਹਨੂੰ ਕਹਿੰਦੇ ਸਨੋ ਕਿਸ ਤਰ੍ਹਾਂ ਰਿਮੂਵ ਕੀਤੀ ਜਾਂਦੀ ਹੈ, ਜਿਹਨੂੰ ਕਹਿੰਦੇ ਨੇ ਲੈਂਡਸਕੇਪਿੰਗ, ਗ੍ਰਾਸ ਕਟਿੰਗ। ਤੁਹਾਨੂੰ ਇੱਕ ਸਾਲ ਸਿੱਖਣ ਚ ਹੀ ਲੱਗ ਜਾਂਦਾ ਹੈਗਾ। ਤੇ ਇਸ ਕਰਕੇ ਤੁਸੀਂ 1 ਸਾਲ ਕਿਰਾਏ ਤੇ ਰਹੋ, ਸਾਨੂੰ ਮਿਲੋ। ਸਾਲ ਤੁਹਾਡੇ ਕੋਲ ਵੀ ਪਿਆ ਹੋਇਆ, ਸਾਲ ਸਾਡੇ ਕੋਲ ਵੀ ਪਿਆ ਹੋਇਆ, ਤੁਹਾਨੂੰ ਅਸੀਂ ਟ੍ਰੇਨ ਕਰ ਦਿਆਂਗੇ ਜੀ। ਪੀਕੇ ਸੱਭਰਵਾਲ, ਰੀਅਲ ਸਟੇਟ ਦਾ ਕੋਈ ਸਵਾਲ? ਪੀਕੇ ਸੱਭਰਵਾਲ ਜੀ ਸਾਡੇ ਨਾਲ ਜਿਹੜੇ ਉਹ ਮੌਜੂਦ ਨੇ। ਪੀਕੇ ਜੀ, ਜਿਸ ਤਰ੍ਹਾਂ ਮੈਂ ਪਰਸਨਲ ਐਕਸਪੀਰੀਅੰਸ ਜਿਹੜੇ ਕਿ ਫਸਟ ਟਾਈਮ ਹੋਮ ਬਾਇਰ ਸੀ ਉਹਨਾਂ ਦੀ ਗੱਲ ਕੀਤੀ, ਸੇਮ ਜਿਹੜਾ ਅਗਲਾ ਕੁਐਸਚਨ ਜਿਹੜਾ ਉਹ ਇਨਵੈਸਟਮੈਂਟ ਵਾਸਤੇ ਆ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬੜੀ ਦੂਰ ਇਨਵੈਸਟਮੈਂਟ, ਜਿਸ ਤਰ੍ਹਾਂ ਮੈਂ ਕਿਹਾ, ਉਹ ਦੇਖਦੇ ਨੇ ਕੋਈ ਘਰ ਜਿਹੜਾ ਉਹਨਾਂ ਨੇ ਬੁੱਕ ਕਰਵਾ ਲਿਆ ਜਾਂ ਕੋਈ ਟਾਊਨ ਜਾਂ ਕੋਈ ਕੋਂਡੋ ਬੁੱਕ ਕਰਾ ਲਿਆ ਕੈਲਗਰੀ ਜਾਂ ਅਲਬਰਟਾ ਵਗੈਰਾ, ਐਡੀ ਦੂਰ ਜਾ ਕੇ। ਸੋ ਨਾ ਤੇ ਉੱਥੇ ਜਾ ਕੇ ਉਹਦੀ ਉਹ ਟੇਕ ਕੇਅਰ ਕਰ ਸਕਦੇ ਨੇ, ਨਾ ਛੋਟੇ ਇਸ਼ੂ ਵਾਸਤੇ ਉਹ ਇੱਥੋਂ ਉੱਥੇ ਜਾ ਸਕਦੇ ਨੇ। ਸੋ ਉਹ ਸੇਮ ਜਿਹੜੀ ਜਿਸ ਤਰ੍ਹਾਂ ਮੈਂ ਪਹਿਲਾ ਸਵਾਲ ਕੀਤਾ ਸੀ ਤੁਹਾਨੂੰ, ਉਸ ਪਹਿਲੇ ਸਵਾਲ ਦੇ ਵਿੱਚ ਤੇ ਜਿਹੜੇ ਬਾਇਰ ਸਨ ਜਾਂ ਜਿਨ੍ਹਾਂ ਨੇ ਰਹਿਣਾ ਸੀ ਉਹ ਤੇ ਉੱਥੇ ਚਲੇ ਗਏ। ਇਹ ਦੂਸਰਾ ਸਵਾਲ ਇਸ ਤਰ੍ਹਾਂ ਦਾ ਕਿ ਜਿਹੜੇ ਇਨਵੈਸਟਮੈਂਟ ਉੱਥੇ ਕਰ ਦਿੰਦੇ ਨੇ, ਸੋ ਉਹਨਾਂ ਨੂੰ ਕਿੰਨੀ ਕੁ ਪ੍ਰੋਬਲਮ ਹੁੰਦੀ, ਕੀ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ, ਇਹਦੇ ਬਾਰੇ ਤੁਸੀਂ ਜਵਾਬ ਦੇਣਾ। ਤੇ ਕਾਲਰ ਸਾਡੇ ਨਾਲ ਜਿਹੜੇ ਉਹ ਦੁਬਾਰਾ ਆ ਗਏ ਨੇ ਜੀ। ਵੈਲਕਮ, ਰੇਡੀਓ ਵਿੱਚ ਸਵਾਗਤ ਹੈ ਸਰ। ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ ਸਾਰੇ ਜਣਿਆਂ ਨੂੰ। ਜੀ ਸਤਿ ਸ਼੍ਰੀ ਅਕਾਲ ਜੀ। ਠੀਕ ਹੈ, ਮੇਰਾ ਸਵਾਲ ਸੀਗਾ ਆਪਣੇ ਇਨਵੈਸਟਮੈਂਟ ਕੀਤੀ, ਆਪਣੇ ਛੋਟੇ ਸਮਝ ਲਓ ਨਿਆਣੇ ਸੀਗੇ 22-24 ਸਾਲ ਦੇ, ਉਹਨਾਂ ਨੂੰ ਯਾਰ ਰੈਂਟਲ ਪ੍ਰੋਬਲਮ ਦੇ ਰਿਹਾ ਆ। ਮੌਰਗੇਜ ਬੜੀ ਹਾਈ ਉਹਨਾਂ ਦੀ, ਜਿੱਦਾਂ 4500-5000 ਮੰਥਲੀ ਹੈਗੀ ਮੌਰਗੇਜ। ਰੈਂਟਲ ਨੇ ਰੈਂਟ ਦੇਣਾ ਸਟਾਪ ਕਰ ਦਿੱਤਾ ਪਿਛਲੇ 2 ਮਹੀਨੇ ਤੋਂ। ਤਾਂ ਕੀ ਉਹਦਾ ਹੈਗਾ ਆਪਣੇ ਰੈਂਟਲ ਬੋਰਡ ਕੋ ਜਾਣਾ ਪਊਗਾ ਜਾਂ ਕੋਈ ਹੈਗਾ ਸੋਲੂਸ਼ਨ ਉਹਦਾ ਵੀ? ਇਮੀਡੀਏਟਲੀ ਤੁਹਾਨੂੰ ਮਤਲਬ ਤੁਸੀਂ ਜਾਣਾ ਪਏਗਾ। ਇਹ ਸੋਚਣਾ ਹੀ ਗਲਤ ਹੈਗਾ, ਜਾਣਾ ਪਏਗਾ 100% ਜਾਣਾ ਪਏਗਾ ਤੁਹਾਨੂੰ। 100% ਲੈਂਡਲੈਂਡ ਟੈਨੈਂਟ ਬੋਰਡ ਜਿਹੜਾ ਹੈਗਾ ਤੇ ਜਾਣਾ ਤੇ ਤੁਹਾਨੂੰ ਪੈਰਾਲੀਗਲ ਨਾਲ ਗੱਲ ਕਰਨੀ ਹੋਏਗੀ। ਇਹਨੂੰ N4 ਕਹਿੰਦੇ ਨੇ ਜੀ। N4 ਜਿਹੜਾ ਹੈਗਾ ਨੋਟਿਸ ਜਿਹੜਾ ਜਾਂਦਾ ਹੈਗਾ ਨਾਨ ਪੇਮੈਂਟ ਆਫ ਰੈਂਟ। ਪਰ N4 ਮਿਹਰਬਾਨੀ ਕਰਕੇ ਉਹਨਾਂ ਨੂੰ ਇਹ ਨਾ ਕਹੋ ਕਿ ਖੁਦ ਪਾ ਦੇਣ। ਉਦੋਂ ਛੋਟੀ ਜਿਹੀ ਗਲਤੀ ਹੁੰਦੀ ਹੈ 2 ਮਹੀਨੇ ਅੱਗੇ ਚਲਾ ਜਾਂਦਾ ਫਿਰ ਤੁਹਾਡਾ ਸਿੱਧਾ ਜਿਹਾ ਹਿਸਾਬ ਹੈਗਾ ਜੀ। ਮੈਂ ਆਪਣੀ ਗੱਲ ਦੱਸ ਦਿਆਂ, ਮੇਰਾ ਬੜਾ ਪਿਆਰ ਹੈ ਮੇਰੇ ਟੈਨੈਂਟਸ ਦੇ ਨਾਲ। ਬਹੁਤ ਟੈਨੈਂਟ ਨੇ ਮੇਰੇ ਕੋਲ, ਥੋੜੇ ਬਹੁਤ ਨਹੀਂ ਹੈਗੇ, ਬਹੁਤ ਜ਼ਿਆਦਾ ਹੈਗੇ ਨੇ ਮੇਰੇ ਹਿਸਾਬ ਨਾਲ। ਬੜਾ ਰਿਗਾਰਡ ਹੈ ਉਹਨਾਂ ਨੂੰ, ਮਿਲਨੇ ਵੀ ਆ ਸਾਲ 'ਚ ਇੱਕ ਵਾਰ, ਦੀਵਾਲੀ 'ਚ ਜਾਂ ਈਦ 'ਚ ਜਾਂ ਕ੍ਰਿਸਮਸ ਦੇ ਨਾਲ ਮਿਲਨੇ ਆ। ਪਰ ਜਿਸ ਵਕਤ ਮੈਨੂੰ ਉਹਨਾਂ ਦਾ ਮੈਸੇਜ ਆਉਂਦਾ ਹੈ ਕਿ ਜੀ ਮੈਂ 4 ਦਿਨ ਜਾਂ ਹਫਤਾ ਮੈਂ ਰੈਂਟ ਲੇਟ ਕਰ ਰਿਹਾ, ਤੇ ਮੇਰਾ ਜਵਾਬ ਪਤਾ ਕੀ ਜਾਂਦਾ ਹੈ, 4 ਦਿਨ ਵਾਸਤੇ ਬੋਰੀ ਬਿਸਤਰਾ ਬਣ ਕੇ ਬਾਹਰ ਨਿਕਲ ਜਾਓ, 4 ਦਿਨ ਬਾਅਦ ਅੰਦਰ ਆ ਜਾਣਾ। ਉਹ ਹੈਰਾਨ ਹੋ ਜਾਂਦੇ ਨੇ ਕਿ ਇਹ ਬੰਦਾ ਇੰਨਾ ਸਖਤ ਕਿਸ ਤਰ੍ਹਾਂ ਹੋ ਗਿਆ, ਕਿਉਂਕਿ ਮੇਰੀ ਰੋਜ਼ੀ ਰੋਟੀ ਹੈ ਬੌਸ, ਮੈਂ ਉੱਤੇ ਕੰਪਰੋਮਾਈਜ਼ ਨਹੀਂ ਕਰਾਂਗਾ। ਮੈਂ ਇੱਕ ਹੋਰ ਬੜੀ ਗੱਲ ਕਰਨਾ ਜਿਹਦੇ ਨਾਲ ਟੈਨੈਂਟ ਥੋੜੇ ਜਿਹੇ ਮੇਰੇ ਕੋਲ ਪਰੇਸ਼ਾਨ ਹੋ ਜਾਣਗੇ ਮੇਰੀ ਇਹ ਗੱਲ ਸੁਣ ਕਰ। ਮੈਂ ਤੁਹਾਨੂੰ ਪਤਾ ਹੋਏਗਾ ਕੋਵਿਡ ਜੇ ਸ਼ੁਰੂ ਹੋਇਆ ਸੀ, ਮੈਂ 1 ਮਹੀਨੇ ਦਾ ਰੈਂਟ ਮਾਫ ਕਰਤਾ ਸੀਗਾ, ਆਪਣੇ ਆਪ ਛੱਡਤਾ ਸੀਗਾ। ਮੈਂ ਆਈ ਲਵ ਮਾਈ ਟੈਨੈਂਟਸ। ਲੇਕਿਨ ਮੈਂ ਇੱਕ ਗੱਲ ਨਾਲ ਹੋਰ ਕਹਾਂਗਾ, ਮੇਰਾ ਇੱਕ ਆਰਟੀਕਲ ਹੈ ਛੋਟਾ ਸਾ, ਨੈਵਰ ਹੈਵ ਸੰਡੇ ਬ੍ਰੰਚ ਵਿਦ ਯੋਰ ਟੈਨੈਂਟਸ। ਬੜੀ ਉੱਪਰ ਦੀ ਗੱਲ ਕਰ ਰਹੇ ਹਾਂ, ਕਿਉਂਕਿ ਜਿੰਨਾ ਤੁਸੀਂ ਕਲੋਜ਼ ਜਾਂਦੇ ਹੋ ਤੁਹਾਡਾ ਮਿਸਯੂਜ਼ ਸ਼ੁਰੂ ਹੋ ਜਾਂਦਾ ਹੈ। 2 ਮਹੀਨੇ ਤੋਂ ਰੈਂਟ ਦਿੱਤਾ, ਮੈਂ ਇੰਨਾ ਹੈਰਾਨ ਹਾਂ। 2 ਦਿਨ ਰੈਂਟ ਨਹੀਂ ਆਉਂਦਾ ਤਾਂ ਤੁਹਾਡਾ ਨੋਟਿਸ ਜਾਣਾ ਚਾਹੀਦਾ ਹੈ। ਇਮੀਡੀਏਟਲੀ ਤੁਹਾਨੂੰ ਪੈਰਾਲੀਗਲ ਪਕੜਨਾ ਚਾਹੀਦਾ ਹੈ। ਇਮੀਡੀਏਟਲੀ ਤੁਹਾਨੂੰ LTB ਤੇ ਜਾ ਕੇ ਉਹਨਾਂ ਨੂੰ ਬਾਹਰ ਕਰਨਾ ਚਾਹੀਦਾ, ਚਾਹੇ ਉੱਥੇ 1.5-6 ਮਹੀਨੇ ਦੀ ਮਿਲ ਰਹੀ ਹੈ। ਬਟ ਦੈਟ ਯੂ ਸ਼ੁਡ ਸਟਾਰਟ ਇਮੀਡੀਏਟਲੀ। 2 ਮਹੀਨੇ ਆਮ ਸੋ ਸਰਪ੍ਰਾਈਜ਼ਡ। ਪਲੱਸ ਮੈਨੂੰ ਹੋਰ ਬੜੀ ਗੱਲ ਹੈਰਾਨ ਹੈਗੀ ਕਿ ਤੁਹਾਡਾ ਜਿਹੜਾ ਬੱਚਿਆਂ ਨੇ ਇਨਵੈਸਟਮੈਂਟ ਕੀਤੀ ਹੈ, ਵਾਈ देयर ਰੀਅਲਟਰ ਇਜ਼ ਨਾਟ ਹੈਲਪਿੰਗ them। ਸਾਡਾ ਜ਼ਿੰਦਗੀ ਭਰ ਦੀ ਸਰਵਿਸ ਦੀ ਸਾਰੀ ਅਸੀਂ ਤੁਹਾਨੂੰ ਵਾਅਦਾ ਕਰਨੇ ਕਿ ਸਾਡਾ ਲਾਈਫ ਲੌਂਗ ਸਰਵਿਸ ਤੁਹਾਡੇ ਕੋਲ ਸਾਡਾ ਇਨ ਹਾਊਸ ਲਾਇਰ ਹੈਗਾ, ਅਸੀਂ ਤੁਹਾਨੂੰ ਸਰਵਿਸ ਦਿੰਦੇ ਹਾਂ ਇਫ ਯੂ ਆਰ ਆਵਰ ਕਲਾਇੰਟ। ਔਰ ਜਿਹੜੇ ਵੀ ਮੇਰੇ ਕਲਾਇੰਟ ਤੇ ਬੈਠੇ ਸੁਣ ਰਹੇ ਹੋਣਗੇ ਉਹ ਵਾਊਚ ਕਰਨਗੇ ਇਸ ਗੱਲ ਨੂੰ, ਤੁਹਾਨੂੰ ਆ ਕੇ ਦੱਸਣਗੇ ਰੇਡੀਓ ਉੱਤੇ ਜਾਂ ਅਲੱਗ ਕਿ ਯੈਸ ਦਿਸ ਇਜ਼ ਵਾਟ ਇਜ਼ ਹੈਪਨਿੰਗ। ਜਿੱਦਾਂ ਤੁਹਾਨੂੰ ਮੈਂ ਹੁਣੇ ਕਿਹਾ N4 ਇਜ਼ ਨਥਿੰਗ, ਸਿੰਪਲ ਜਿਹਾ ਫਾਰਮ ਹੈਗਾ, ਬੋਰਡ ਤੇ ਦਰਵਾਜ਼ੇ ਤੇ ਲਗਾਓ, ਫੋਟੋ ਖਿੱਚੋ, ਗੱਲ ਖਤਮ ਕਰੋ, ਕੰਮ ਸ਼ੁਰੂ ਕਰ ਦਿਓ। ਲੇਕਿਨ 2 ਮਹੀਨੇ ਹੋ ਗਏ, ਪਲੀਜ਼ ਕੰਟੈਕਟ ਐਨੀ ਪੈਰਾਲੀਗਲ ASAP। ਔਰ ਅਗਰ ਤੁਸੀਂ ਕਹਿ ਰਹੇ ਜੀ ਇੰਟਰਸਟ ਇੰਨਾ ਵੱਧ ਗਿਆ ਔਰ ਰੈਂਟ ਘੱਟ ਹੋ ਗਿਆ, ਇਹਦੇ ਅੰਦਰ ਇਹਦਾ ਮਤਲਬ ਇਹ ਹੋਇਆ, ਸਿੰਪਲ ਜੀ ਗੱਲ ਗੁਰਦੀਪ ਜੀ, ਇਹਦਾ ਮਤਲਬ ਇਹ ਕਿ ਇਹਨਾਂ ਦੇ ਇਨਕਮ ਦੇ ਹਿਸਾਬ ਨਾਲ ਇਹਨਾਂ ਨੂੰ ਵੱਡਾ ਕਰ ਲੈ ਕੇ ਦੇ ਦਿੱਤਾ ਗਿਆ, ਵਿਚ ਇਜ਼ ਅਗੇਨ ਅ ਵੈਰੀ ਰੋਂਗ ਐਕਸ਼ਨ ਟੂ ਡੂ ਜੀ। ਸੌਰੀ ਰਿਪੀਟ ਵੀ ਕਈ ਪੈਰਾਲੀਗਲ ਕਹਿੰਦਾ ਵੀ ਘੱਟ ਤੋਂ ਘੱਟ 4 ਤੋਂ 6 ਮਹੀਨੇ ਲੱਗ ਜਾਣੇ ਆ। ਬਿਲਕੁਲ, ਤੁਸੀਂ ਕੰਮ ਦੇ 2 ਮਹੀਨੇ ਤੁਸੀਂ ਬਿਤਾਤੇ, 2 ਮਹੀਨੇ ਤਾਂ ਤੁਸੀਂ ਖਰਾਬ ਕਰਤੇ ਨਾ ਜੀ। ਕਈ ਵਾਰ ਕੀ ਹੁੰਦਾ 90% ਤੁਹਾਡਾ N4 ਉੱਤੇ ਲੱਗਣ ਦੇ ਬਾਅਦ
ਮੈਂ ਕਿਰਾਇਆ ਮੈਂ ਛੱਡ ਕੇ ਜਾ ਰਿਹਾ, ਆਪਣੇ ਆਪ ਹੀ ਕਹਿ ਦਿੰਦੇ ਨੇ, 90% ਕਹਿ ਦਿੰਦੇ ਨੇ, ਪਰ ਤੁਸੀਂ ਕੰਮ ਹੀ ਨਹੀਂ ਸ਼ੁਰੂ ਕੀਤਾ। $500 ਪੈਰਾਲੀਗਲ ਤੁਹਾਡੇ ਕੋਲ ਰਿਟਰਨਰ ਫੀਸ ਲਏਗਾ ਔਰ N4 ਲਗਾ ਕੇ ਚਿਪਕਾ ਦੇਗਾ ਦਰਵਾਜ਼ੇ ਦੇ ਉੱਤੇ, ਤੁਸੀਂ ਅਜੇ ਤੱਕ ਕੰਮ ਹੀ ਨਹੀਂ ਸ਼ੁਰੂ ਕੀਤਾ। ਇਹ ਸੋਚ ਕੇ ਕਿਉਂਕਿ 4-5 ਮਹੀਨੇ ਲੱਗ ਜਾਣਗੇ, ਕੰਮ ਹੀ ਨਹੀਂ ਸ਼ੁਰੂ ਕਰੋਗੇ, ਉਹ ਤੁਹਾਨੂੰ ਕਿਰਾਇਆ ਮਿਲੇਗਾ ਹੀ ਨਹੀਂ। ਜਿੰਨਾ ਕਿਰਾਇਆ ਲੇਟ ਹੋਈ ਜਾਏਗਾ, ਜਿੰਨਾ ਕਿਰਾਇਆ ਨਿਕਲਣਾ ਬੜਾ ਔਖਾ ਹੈ। ਪਰ ਮੈਂ ਤੁਹਾਨੂੰ ਦੱਸਦਾ ਬੜੀ ਇੰਟਰਸਟਿੰਗ ਗੱਲ, ਮੇਰਾ ਕਿਰਾਇਆ ਅੱਜ ਤੱਕ ਨਹੀਂ ਮਰਿਆ ਕਦੀ ਵੀ, ਮੈਂ ਛੱਡਤਾ, ਅਲੱਗ ਗੱਲ ਹੈ। ਮੈਨੂੰ ਅਗਰ 1 ਮਹੀਨੇ ਦਾ ਕਿਰਾਇਆ ਵੀ ਅਗਰ ਨਹੀਂ ਮਿਲਦਾ ਔਰ ਛੱਡ ਕੇ ਚਲਾ ਜਾਂਦਾ, ਮੈਂ ਉਹਦਾ ਕ੍ਰੈਡਿਟ ਸਾਰਾ ਖਰਾਬ ਕਰ ਦਿੰਦਾ। ਲੈ ਪੁੱਤ ਤੇਰਾ ਤੇ ਮੈਂ ਕ੍ਰੈਡਿਟ ਜ਼ਿੰਦਗੀ ਭਰ ਵਾਸਤੇ ਖਰਾਬ ਕਰ ਰਿਹਾ, ਤੂੰ ਮੇਰਾ 1 ਮਹੀਨੇ ਦਾ ਕਿਰਾਇਆ ਨਹੀਂ ਹੈਗਾ, ਤੇਰਾ ਮੈਂ ਕ੍ਰੈਡਿਟ ਖਰਾਬ ਕਰ ਦੇਗਾ। ਤੁਹਾਨੂੰ ਇਹ ਕੇਸ ਦੇਖੇ ਹੋਣਗੇ, ਪਿੱਛੇ ਕੇਸ ਸੀਗਾ ਮੇਰੇ ਇੱਕ ਕਲਾਇੰਟ ਦੇ ਨਾਲ, ਉਹਨੇ ਸਿਰਫ $52 ਬੈਲ ਦੇ ਨਹੀਂ ਦਿੱਤੇ ਸੀਗੇ, $52 ਕਿਉਂ? ਉਹਨੂੰ ਗਲਤਫਹਿਮੀ ਸੀ, ਉਹ ਕਹਿੰਦੇ ਸੀ ਮੈਂ ਦੇ ਦਿੱਤੀ ਕਰਤੇ। ਮੈਂ ਉਹਨੂੰ ਬਾਅਦ ਹੀ ਸਮਝਾਇਆ, ਬੇਟਾ ਦੇਣ ਦੇ ਬਾਅਦ ਫਿਰ ਕੇਸ ਲੜੀਦਾ ਹੁੰਦਾ ਹੈ, ਉਹਦਾ ਸਾਰਾ ਕ੍ਰੈਡਿਟ ਖਰਾਬ ਹੋਇਆ ਪਿਆ, ਉਹਨੂੰ ਲੋਨ ਮਿਲਣਾ ਔਖਾ ਹੋ ਗਿਆ ਸਿਰਫ $52 ਪਿੱਛੇ। ਬੈਲ ਨੇ ਉਹਦਾ ਕ੍ਰੈਡਿਟ ਖਰਾਬ ਕਰ ਮਾਰਿਆ। ਮਤਲਬ 52 ਦਾ ਝਗੜਾ, ਉਹ ਝਗੜਾ ਵੀ ਕਿਸ ਗੱਲ ਦਾ ਹੋਇਆ ਕਿ ਜਿਹਦੇ ਨਾਲ ਤੁਹਾਡਾ ਕ੍ਰੈਡਿਟ ਹੀ ਖਰਾਬ ਹੋ ਜਾਏ। ਪਹਿਲਾ ਕੰਮ ਹੈ ਤੁਸੀਂ $52 ਜਮ੍ਹਾਂ ਕਰਾਓ, ਉਹਦੇ ਬਾਅਦ ਤੁਸੀਂ ਫਾਈਟ ਕਰੋ ਬਿੱਲ ਨਾਲ ਜਾਂ ਕਿਸੇ ਨਾਲ ਵੀ। ਤੇ ਉਹ ਇਸੇ ਕਰਕੇ ਇਹ ਜਿਹੜੇ ਕਿਰਾਇਆ ਮਾਰ ਲੈਂਦੇ ਨੇ, ਉਹਨਾਂ ਨੂੰ ਇਹ ਨਹੀਂ ਪਤਾ, ਅਗਰ ਸਾਰੇ ਲੈਂਡਲੋਰਡ ਇਸ ਤਰ੍ਹਾਂ ਸ਼ੁਰੂ ਹੋ ਜਾਣ, ਕ੍ਰੈਡਿਟ ਬਿਊਰੋ ਦੇ ਅੰਦਰ ਉਹਨਾਂ ਦਾ ਕ੍ਰੈਡਿਟ ਖਰਾਬ ਕਰ ਦੇਣ, ਮਜ਼ਾਲ ਹੈ ਇਸ ਤਰ੍ਹਾਂ ਦੀ ਹਰਕਤਾਂ ਕਰਨ। ਉਹਨੂੰ ਪਤਾ ਚੱਲ ਗਿਆ ਕਿ ਮੇਰਾ ਲੈਂਡਲੋਰਡ ਬੜਾ ਢਿੱਲਾ ਹੈ, ਉਹਨੂੰ ਪਤਾ ਚੱਲ ਗਿਆ ਕਿ ਮੇਰਾ ਲੈਂਡਲੋਰਡ ਬੜਾ ਸਿੰਪਲ ਜਿਹਾ ਆਦਮੀ ਹੈਗਾ, ਜਿਨ੍ਹਾਂ ਨੂੰ ਤੰਗ ਕਰ ਸਕਦੇ ਹੋ ਜਾਂ ਜਿਨ੍ਹਾਂ ਨੂੰ ਯੂਜ਼ ਕਰ ਸਕਦੇ ਹੋ, ਕਰ ਲਓ। ਐਕਸ਼ਨ, ਥਰਡ ਡੇ ਦਾ ਐਕਸ਼ਨ ਸ਼ੁੱਡ ਬੀ ਦੇਅਰ, ਐਟਲੀਸਟ ਐਨ ਈਮੇਲ ਸ਼ੁੱਡ ਬੀ ਦੇਅਰ ਕਿ ਯੂ ਆਰ ਔਨ ਡਿਫਾਲਟ। ਤੁਹਾਡੀ ਫਾਈਲ ਬੜੀ ਜ਼ਬਰਦਸਤ ਬਣ ਜਾਂਦੀ ਹੈ ਲੈਂਡਲੋਰਡ ਟੈਨੈਂਟ ਬੋਰਡ ਕੋਲ ਜਾਣ ਵਾਸਤੇ ਕਿ ਯੈਸ ਇੰਨੀ ਵਾਰ ਮੈਨੂੰ ਤੰਗ ਕਰ ਚੁੱਕਿਆ ਹੈਗਾ। ਕਈ ਵਾਰ ਮੈਨੂੰ ਮੈਸੇਜ ਆਉਂਦਾ ਜੀ ਕਿਰਾਇਆ ਦੇ ਤੇ ਦਿੰਦਾ ਹੈ, ਲੇਕਿਨ ਉਹ 15-20 ਦਿਨ ਲੇਟ ਕਰ ਦਿੰਦਾ ਹੈ। ਇਟ ਇਜ਼ ਵੈਰੀ ਗੁੱਡ ਫॉर ਯੂ, ਤੁਹਾਡੀ ਫਾਈਲ ਇੰਨੀ ਸਟਰੋਂਗ ਹੋ ਚੁੱਕੀ ਹੈ, ਉਹ ਤਾਂ ਅੱਗੇ ਤੁਸੀਂ ਰਿਪਲਾਈ ਕਰੋ ਕਿ ਤੇਰਾ ਕਿਰਾਇਆ ਅਗੇਨ ਨਹੀਂ ਆਇਆ, ਤੇਰਾ ਕਿਰਾਇਆ 10 ਦਿਨ ਲੇਟ ਹੋ ਗਿਆ। ਇੰਨੀ ਵੱਡੀ ਤੁਹਾਡੇ ਕੋਲ ਫਾਈਲ ਬਣ ਜਾਣੀ ਚਾਹੀਦੀ ਹੈ ਕਿ ਲੈਂਡਲੋਰਡ ਟੈਨੈਂਟ ਬੋਰਡ ਜਾਣ ਦੇ ਬਾਅਦ ਪਹਿਲੇ ਦਿਨ ਹੀ ਫੈਸਲਾ ਹੋ ਜਾਏ, ਨਾ ਕਿ ਉੱਥੇ ਜਾ ਕੇ 6-6 ਮਹੀਨੇ ਲੜਦੇ ਰਹੋ ਜਾ ਕੇ। ਜੀ ਠੀਕ ਹੈ, ਥੈਂਕਸ ਜੀ। ਪੀਕੇ ਜੀ, ਮੇਰਾ ਸਵਾਲ ਵੀ ਲਗਭਗ ਰਲਦਾ ਹੀ ਹੋ ਗਿਆ ਇਹਦੇ ਨਾਲ, ਜਿਸ ਤਰ੍ਹਾਂ ਮੈਂ ਤੁਹਾਨੂੰ ਪੁੱਛਿਆ ਸੀ ਕਿ ਕੋਈ ਇਨਵੈਸਟ ਕਰ ਲੈਂਦਾ ਇੱਥੋਂ ਬਹੁਤ ਦੂਰ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ, ਤੇ ਇਹ ਜੇ ਜਿਸ ਤਰ੍ਹਾਂ ਦਾ ਇਸ਼ੂ ਪਹਿਲੇ ਸਾਡੇ ਲਿਸਨਰ ਜਿਹੜੇ ਕਾਲਰ ਸੀ ਉਹਨਾਂ ਨੇ ਦੱਸਿਆ ਹੈ, ਜੇ ਇਸ ਤਰ੍ਹਾਂ ਦਾ ਇਸ਼ੂ ਹੋ ਜੇ ਇੱਥੇ ਤੇ ਬੈਠ ਕੇ ਫਿਰ ਵੀ ਥੋੜਾ ਬਹੁਤਾ ਇਨਸਾਨ ਡੀਲ ਕਰ ਸਕਦਾ, ਜੇ ਬਹੁਤ ਦੂਰ ਇਨਵੈਸਟਮੈਂਟ ਕਰ ਲੇ ਫਿਰ ਉਹਦਾ ਕੀ ਬਣੇਗਾ? ਸਰ ਮੇਰੀ ਇਨਵੈਸਟਮੈਂਟ, ਕੋਈ ਵੀ ਇਨਵੈਸਟਮੈਂਟ 1 ਘੰਟੇ ਦੀ ਡਰਾਈਵਿੰਗ ਤੋਂ ਜ਼ਿਆਦਾ ਦੂਰ ਨਹੀਂ ਹੈਗੀ। ਹਾਊ ਇਜ਼ ਦੈਟ? 1 ਘੰਟੇ ਦੀ ਡਰਾਈਵਿੰਗ ਤੋਂ ਜ਼ਿਆਦਾ ਦੂਰ ਨਹੀਂ ਹੈਗੀ। ਇਹ ਲਾਲਚ ਹੈਗੀ, ਇਹ ਟੂ ਗੁੱਡ ਟੂ ਬੀ ਟਰੂ ਹੈਗਾ। ਲੈਟ ਮੀ ਟੈਲ ਯੂ ਵਨ ਥਿੰਗ ਵੈਰੀ ਕਲੀਅਰਲੀ, ਮੈਂ ਇੱਕ ਵੀ ਇਨਵੈਸਟਮੈਂਟ ਕਿਸੇ ਦੀ, ਇੱਕ ਵੀ, ਮੈਂ ਔਨ 에ਅਰ ਕਹਿ ਰਿਹਾ, ਮੈਂ ਕੈਲਗਰੀ ਇਧਰ ਅਲਬਰਟਾ ਜਿਹੜਾ ਮੈਂ ਨਹੀਂ ਕਰਵਾਈ। ਸਰ ਮੈਂ ਨਾ ਹੁਣ ਨਹੀਂ ਲਾਂਗਾ, ਬਿਨਾਂ ਨਾਂ ਦੇ ਦੱਸ ਦਿਆਂ, ਐਵੇਂ ਜੀ ਲੋਕਾਂ ਨੇ ਇਨਵੈਸਟਮੈਂਟ ਕਰਾਈਆਂ ਹੋਈਆਂ ਨੇ ਐਸੀ ਜਗ੍ਹਾ ਜਿੱਥੇ ਕਹਿੰਦੇ ਨੇ ਜੀ ਤੁਹਾਡਾ ਰੈਂਟਲ ਟੇਕ ਓਵਰ ਕਰ ਲੈਣਗੇ, ਤੁਹਾਡੀ ਮੈਨੇਜਮੈਂਟ ਵੀ ਕਰ ਲੈਣਗੇ। ਸਰ ਗੁਰਦੀਪ ਜੀ ਮੇਰੇ ਕੋਲ ਇਹੋ ਜਿਹੇ ਐਗਜ਼ਾਮਪਲ ਨੇ, ਉਹ ਤੁਹਾਨੂੰ ਕਹਿੰਦੇ ਨੇ ਜੀ ਆ ਜਾਓ, ਇੱਧਰ ਆ ਜਾਓ ਔਰ ਆ ਕੇ ਤੁਸੀਂ ਇਹ ਕਰੋ ਤੇ ਤੁਹਾਡੀ ਇਹ ਫੀਸ ਹੈ। ਵੈਸੇ ਤੁਸੀਂ ਕਹਿੰਦੇ ਹੋ ਨਾ ਜੀ, ਤੁਸੀਂ ਕਿਹਾ ਕਿ ਅਸੀਂ ਉਹਦੀ ਮੈਨੇਜਮੈਂਟ ਕਰ ਲਾਂਗੇ, ਉਹ ਕਹਿੰਦੇ ਜੀ ਅਸੀਂ ਮੈਨੇਜਮੈਂਟ ਕਰ ਲਾਂਗੇ, ਪਰ ਅਸੀਂ ਕਰ ਰਹੇ ਹਾਂ ਮੈਨੇਜਮੈਂਟ, ਪਰ ਤੁਹਾਨੂੰ ਇੱਥੇ ਆਉਣਾ ਪਏਗਾ, ਨਹੀਂ ਤੇ ਤੁਹਾਡੇ ਇਹ ਐਕਸਟਰਾ ਕੰਮ ਵਾਸਤੇ $2,500 ਫੀਸ ਹੈਗੀ। ਮੇਰੇ ਕਈ ਕਲਾਇੰਟਸ ਨੇ ਦੁਖੀ ਹੋ ਕੇ ਉਹ ਪ੍ਰਾਪਰਟੀਆਂ ਵੇਚ ਛੱਡੀਆਂ, ਕਹਿੰਦੇ ਐਗਰੀਮੈਂਟ ਦੇ ਲਿਖਣ ਦੇ ਬਾਵਜੂਦ ਵੀ ਸਾਨੂੰ ਉੱਥੇ ਫਲਾਈਟ ਪਕੜ ਕੇ ਜਾਣਾ ਪਿਆ। ਮਿਆਮੀ ਦੀ ਮੈਂ ਗੱਲ ਕਰਾਂ ਜਾਂ ਹੋਰ ਜਗ੍ਹਾ ਦੀ ਗੱਲ ਕਰਾਂ, ਤੁਸੀਂ ਪਲੀਜ਼ ਉਹ ਜਿਹੜਾ ਗ੍ਰੇ ਏਰੀਆ ਹੁੰਦਾ ਨਾ ਐਗਰੀਮੈਂਟ ਦੇ ਅੰਦਰ, ਆਪਣੇ ਲਾਇਰ ਨੂੰ ਤਾਂ ਘੱਟ ਤੋਂ ਘੱਟ ਦਿਖਾ ਦਿਓ। ਵੀ ਵਿਲ ਟੇਕ ਕੇਅਰ ਆਫ ਦ ਟੈਨੈਂਟ, ਦੈਟ ਡਜ਼ਨਟ ਮੀਨ ਕਿ ਯੂ ਡੋਂਟ ਹੈਵ ਟੂ ਗੋ। ਯੈਸ ਤੁਹਾਨੂੰ ਕਹਿਣਗੇ ਅਸੀਂ ਟੇਕ ਕੇਅਰ ਕਰ ਰਹੇ ਹਾਂ, ਪਰ ਇਹ ਪ੍ਰੋਬਲਮ ਆ ਗਈ ਹੈ, ਇਹਦੇ ਵਾਸਤੇ ਤੁਹਾਡਾ ਆਉਣਾ ਜ਼ਰੂਰੀ ਹੈ, ਨਹੀਂ ਤੇ ਵਿਲ ਬੀ ਚਾਰਜਿੰਗ 2,000 ਫੀਸ ਫॉर दैट। ਕਿਉਂ ਸਿਰ ਤੁਸੀਂ ਇਨਵੈਸਟਮੈਂਟ ਜਿਹੜੀ ਕੀਤੀ ਹੈ ਆਪਣੇ ਸਕੂਨ ਔਰ ਆਪਣੇ ਫਿਊਚਰ ਵਾਸਤੇ ਕੀਤੀ ਹੈ, ਚੰਗੇ ਵਾਸਤੇ, ਜਾਂ ਆਪਣੇ ਫਿਊਚਰ ਨੂੰ ਬਰਬਾਦ ਕਰਨ ਵਾਸਤੇ ਕੀਤੀ ਹੈ? ਮਤਲਬ ਉਹ ਵੀ ਇਨਵੈਸਟਮੈਂਟ ਕੀ ਇਨਵੈਸਟਮੈਂਟ ਹੋਈ ਗੁਰਦੀਪ ਜੀ, ਜਿਸ ਦੇ ਅੰਦਰ ਤੁਹਾਡੀ ਰਾਤ ਦੀ ਨੀਂਦ ਉੜ ਗਈ? ਉਹ ਵੀ ਇਨਵੈਸਟਮੈਂਟ ਕੀ ਇਨਵੈਸਟਮੈਂਟ ਹੋਈ, ਜਿਹਦੇ ਅੰਦਰ ਤੁਹਾਨੂੰ ਜੌਬ ਦੇ ਅੰਦਰ ਛੁੱਟੀ ਲੈ ਕੇ ਦੌੜਨਾ ਪੈ ਰਿਹਾ? ਨਾ ਕਰੋ ਇਸ ਤੋਂ ਚੰਗਾ ਇਨਵੈਸਟਮੈਂਟ, ਆਪਣੇ 2 ਕਮਰੇ ਅੰਦਰ ਬੈਠੋ, ਸੁਖੀ ਰਹੋ, ਬਜਾਏ ਦੇ ਕਿ ਟੈਨਸ਼ਨ ਖਰੀਦ ਲਈ ਤੁਸੀਂ ਇਨਵੈਸਟਮੈਂਟ ਕਰਕੇ, ਨਾ ਕਿ ਘਰ ਖਰੀਦਿਆ ਬਲਕਿ ਟੈਨਸ਼ਨ ਖਰੀਦ ਲਈ। ਆਈ ਵਿਲ ਨੈਵਰ ਗੋ ਫॉर दैट। ਤੇ ਮੇਰਾ ਇੱਕ ਆਪਣਾ ਫੰਡਾ ਹੈ, ਮੇਰੇ ਆਪਣੇ ਕੋਈ ਸੈਮੀਨਾਰ ਦੇ ਅੰਦਰ ਵੀ ਮੈਂ ਡਿਸਕਸ ਕੀਤਾ ਸੀਗਾ, ਹਮੇਸ਼ਾ ਕਹਿੰਦਾ ਹੁੰਦਾ ਮੈਨੂੰ ਅਗਰ ਮੈਨੂੰ ਦੱਸਾਂਗਾ ਇਨਵੈਸਟਮੈਂਟ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ। ਇਨਵੈਸਟਮੈਂਟ ਤੁਹਾਡੀ ਸੁਖ ਸ਼ਾਂਤੀ ਔਰ ਫਿਊਚਰ ਵਾਸਤੇ ਹੋਣੀ ਚਾਹੀਦੀ ਹੈ, ਨਾ ਕਿ ਤੁਹਾਡੀ ਸੁਖ ਸ਼ਾਂਤੀ ਭੰਗ ਹੋ ਜਾਏ ਔਰ ਫਿਊਚਰ ਤੁਹਾਡਾ ਹੋਰ ਟਰਬਲ ਹੀ ਜਾ ਜਾਏ, ਪੈਸਾ ਬਰਬਾਦ ਹੋ ਰਿਹਾ ਹੈਗਾ। ਜੀ ਸਰ ਹੁੰਦਾ ਮੋਸਟਲੀ ਇਸ ਤਰ੍ਹਾਂ ਹੀ ਹੈ ਕਿ ਜਿਹੜੇ ਸੁਪਨੇ ਉਹ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੈ ਕਿ ਹਾਈ ਹੁੰਦੇ ਨੇ, ਹਰ ਕੋਈ ਚਾਹੁੰਦਾ ਕਿ ਮੈਂ ਮੈਂਸ਼ਨ ਹੀ ਲੈ ਲਵਾਂ ਕੁਝ 3-4 ਮਿਲੀਅਨ ਦਾ, ਲੇਕਿਨ ਅਫੋਰਡੇਬਿਲਟੀ ਜਿਹੜੀ ਆ ਉਹਨੂੰ ਦੇਖ ਕੇ ਸ਼ਾਇਦ ਪੈਰ ਪਸਾਰਨੇ ਚਾਹੀਦੇ। ਪੀਕੇ ਜੀ ਲਾਸਟ ਸਵਾਲ ਆ, ਕਿਉਂਕਿ ਤੁਹਾਡਾ ਵੀ ਸਮਾਂ ਬੜਾ ਕੀਮਤੀ ਹੈ, ਮੇਰਾ ਸਵਾਲ ਇਹੋ ਹੀ ਹੈ ਕਿ GTA ਦੇ ਅੰਦਰ ਸਰ ਜਿਹੜਾ ਟਾਈਮ ਆ ਰਿਹਾ, ਜਿਸ ਤਰ੍ਹਾਂ ਤੁਸੀਂ ਵੀ ਕਹਿ ਰਹੇ ਹੋ ਹਾਈ ਰਾਈਜ਼ ਦਾ ਚੱਲ ਰਿਹਾ, ਤੇ GTA ਤੋਂ ਬਾਹਰ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਜਿਹੜੇ ਲੋ ਰਾਈਜ਼ ਦੇ ਵਿੱਚ ਵੀ ਜਾ ਸਕਦੇ ਹਾਂ, ਡਿਪੈਂਡ ਕਰਦਾ ਕਿਸੇ ਦੀ ਸਿਚੁਏਸ਼ਨ ਕੀ ਆ। ਸੋ ਸਰ GTA ਦੇ ਅੰਦਰ ਤੇ GTA ਤੋਂ ਬਾਹਰ, ਸੋ ਦੋਨਾਂ ਮਾਮਲਿਆਂ ਦੇ ਵਿੱਚ ਤੁਹਾਡੇ ਕੀ ਸੁਜੈਸ਼ਨ ਨੇ? ਜਿਸ ਤਰ੍ਹਾਂ ਮੈਂ ਕਿਹਾ ਕਿ ਉਸੇ ਤਰ੍ਹਾਂ ਠੀਕ ਹੈ ਜਾਂ ਕਿਸੇ ਤਰ੍ਹਾਂ ਡਿਪੈਂਡ ਕਰਦਾ ਕਿਸੇ ਦੀ ਜਿਹੜੀ ਉਹ ਕੀ ਅਫੋਰਡੇਬਿਲਟੀ ਹੈ? ਸਰ
मैं क्योंकि एवरी ट्यूसडे ਸਾਡੀ ਟੀਮ ਬੈਠਦੀ ਹੈ, ਟੀਮ ਸੱਭਰਵਾਲ ਤੇ ਬੈਠ ਕੇ ਅਸੀਂ ਪੂਰੇ ਹਫਤੇ ਜਿਹੜੇ ਨਵੇਂ ਪ੍ਰੋਜੈਕਟ ਆਉਂਦੇ ਨੇ ਜਾਂ ਜਿਹੜੇ ਪੁਰਾਣੇ ਹੁੰਦੇ ਨੇ ਜਾਂ ਨਵੇਂ ਆਉਂਦੇ ਨੇ ਅਸੀਂ ਉਹਨੂੰ ਰਿਵਿਊ ਕਰਨੇ ਹੁੰਦੇ ਆ। 500 ਤੋਂ ਜ਼ਿਆਦਾ ਪ੍ਰੋਜੈਕਟ ਇਸ ਵਕਤ ਹੈਗੇ ਨੇ ਪੂਰੇ ਜੀਟੀਏ ਦੇ ਅੰਦਰ, ਥੋੜਾ ਜਿਹਾ ਜੀਟੀਏ ਦੇ ਬਾਹਰ, ਜਿਹਦੇ ਅੰਦਰ ਟਾਊਨ ਹੋਮ, ਸੈਮੀ ਡਿਟੈਚ, ਹਾਈ ਰਾਈਜ਼ ਦੇ ਅੰਦਰ ਮਲਟੀਪਲੈਕਸ ਵੀ ਹੈਗੇ ਨੇ, ਹਾਈ ਰਾਈਜ਼ ਕੌਂਡੋਜ਼ ਵੀ ਹੈਗੇ ਨੇ, ਹਰ ਕਿਸਮ ਦੇ ਹੈਗੇ ਨੇ। ਸਾਡੇ ਕੋਲ ਪੂਰੀ ਡਿਟੇਲ ਇੱਥੇ ਪਈ ਹੁੰਦੀ ਹੈ। ਅਸੀਂ ਸਿਰਫ 3 ਕਿਸਮ ਦੇ ਪ੍ਰੋਜੈਕਟ ਦੇ ਅੰਦਰ ਇਨਵੈਸਟਮੈਂਟ ਕਰਨੇ ਆ, ਉਹਨੂੰ ਅਸੀਂ ਕੈਟੇਗਰਾਈਜ਼ ਕਰ ਦਿੰਦੇ ਹੁੰਦੇ ਆ A, AA and AAA। A ਤੋਂ ਥੱਲੇ ਪ੍ਰੋਜੈਕਟ 90% ਤੋਂ ਜ਼ਿਆਦਾ ਹੈਗੇ ਨੇ, ਜਿਹੜੀ ਸਾਡੀ ਕੈਲਕੂਲੇਸ਼ਨ ਦੇ ਹਿਸਾਬ ਨਾਲ A ਤੋਂ ਥੱਲੇ ਨੇ। ਅਸੀਂ ਉੱਥੇ ਜ਼ਿਆਦਾ ਹੀ ਨਹੀਂ, ਨਾ ਜੀ ਉਹਦੀ ਮਾਰਕੀਟਿੰਗ ਕਰਨੇ ਆ। ਬਟ ਅਗਰ ਕੋਈ ਮੰਗ ਰਿਹਾ ਅਸੀਂ ਉਹਨੂੰ ਦੇ ਦਿੰਦੇ ਆ। ਕੋਈ ਕਹਿੰਦਾ ਜੀ ਮੈਨੂੰ ਫਲਾਣੀ ਜਗ੍ਹਾ ਫਲਾਣਾ ਪ੍ਰੋਜੈਕਟ ਚਾਹੀਦਾ, ਤੁਹਾਨੂੰ ਲੈ ਦਿੰਦੇ ਆ, ਅਸੀਂ ਗਾਰੰਟੀਡ ਚੀਪੈਸਟ ਲੈ ਕੇ ਦੇਵਾਂਗੇ, ਪਰ ਤੂੰ ਕਹਿ ਰਿਹਾ ਇਸ ਕਰਕੇ ਲੈ ਕੇ ਦੇਵਾਂਗੇ। ਸਾਡੀ ਮਾਰਕੀਟਿੰਗ ਇਹੋ ਜਿਹਾ ਵੀ ਕੇਸ ਗੁਰਦੀਪ ਜੀ ਹੋਇਆ ਹੈ ਜਿਸ ਵਕਤ ਕਲਾਇੰਟ ਸਾਈਨ ਕਰ ਰਿਹਾ ਸੀਗਾ ਔਰ ਮੈਂ ਬੈਠਾ ਸੀ, ਅਗਰ ਉਹ ਕਲਾਇੰਟ ਸੁਣ ਰਿਹਾ ਤੇ ਮੈਂ ਨਾਂ ਨਹੀਂ ਲਾਂਗਾ, ਬੇਸ਼ੱਕ ਆਨ 에ਅਰ ਆ ਕੇ ਕਹਿ ਦੇ, ਉਹ ਸਾਈਨ ਕਰ ਰਿਹਾ ਸੀਗਾ, ਸਾਈਨ ਕਰਦੇ ਕਰਦੇ ਕਹਿੰਦਾ ਹੈ ਮੈਂ ਬਹੁਤ ਚੰਗੀ ਪ੍ਰਾਪਰਟੀ ਲੈ ਰਿਹਾ ਨਾ। ਮੈਂ ਕਿਹਾ ਨਹੀਂ। ਕਹਿੰਦਾ ਕੀ ਮਤਲਬ? ਮੈਂ ਕਿਹਾ ਬਹੁਤ ਚੰਗੀ ਤੇ ਨਹੀਂ ਹੈਗੀ। ਕਹਿੰਦਾ ਫਿਰ ਤੁਸੀਂ ਦਿਲਾ ਕੇ ਰਹੇ। ਮੈਂ ਕਿਹਾ ਮੈਂ ਕਿਦਾਂ ਦਿਲਾਈ ਤੈਨੂੰ, ਤੂੰ ਪਿੱਛੇ ਪਿਆ ਹੋਇਆ ਕਿ ਮੈਨੂੰ ਲੈ ਦੇ, ਮੈਂ ਤੈਨੂੰ ਲੈ ਕੇ ਦੇ ਰਿਹਾ। ਡਿਡ ਆਈ ਟੈਲ ਯੂ ਟੂ ਬਾਈ ਦਿਸ? ਨੋ। ਤੇ ਮੈਂ ਕਿਹਾ ਯੈਸ ਪ੍ਰਾਪਰਟੀ ਬੁਰੀ ਨਹੀਂ ਹੈਗੀ, ਪਰ ਇਸ ਤੋਂ ਚੰਗੀ ਪ੍ਰਾਪਰਟੀਆਂ ਵੀ ਹੈਗੀਆਂ ਨੇ। ਸਰ ਸਾਈਨ ਕਰਦੇ ਕਰਦੇ ਉਹਨੇ ਕੈਂਸਲ ਕਰਤਾ ਪ੍ਰੋਜੈਕਟ ਔਰ ਕਹਿੰਦਾ ਮੈਨੂੰ ਨਹੀਂ ਚਾਹੀਦੀ। ਸਿੰਪਲ ਹੈਗੀ ਕਿ ਅਗਰ ਤੁਸੀਂ ਮੰਗ ਰਹੇ ਹੋ ਆਈ ਕੈਨ ਗੈਟ ਯੂ, ਮੇਰਾ ਓਪੀਨੀਅਨ ਮੰਗੋਗੇ ਆਈ ਕੈਨ ਗਿਵ ਯੂ, ਔਰ ਵੀ ਸੈਲ ਓਨਲੀ 3 ਟਾਈਪ ਆਫ ਪ੍ਰਾਪਰਟੀਜ਼ ਵਿਚ ਵੀ ਕੈਟੇਗਰਾਈਜ਼ A, AA and AAA। ਇਹ ਸਾਡਾ ਫੰਡਾ ਹੁੰਦਾ ਹੈਗਾ ਔਰ ਉਹਦੇ ਅੰਦਰ ਉਹ ਪ੍ਰਾਪਰਟੀ ਵੀ ਡਿਪੈਂਡ ਕਰਦੀ ਹੈ ਤੁਹਾਡੇ ਪ੍ਰੋਫਾਈਲ ਦੇ ਉੱਤੇ, ਤੁਹਾਨੂੰ ਕਿਹੜੀ ਸੂਟ ਕਰੇਗੀ। ਕਹਿੰਦੇ ਨਾ ਇੱਕ ਪੰਜਾਬੀ ਦੀ ਕਹਾਵਤ, ਕਿਸੇ ਨੂੰ ਮਾਂ ਬਾਦੀ ਕਿਸੇ ਨੂੰ ਸਵਾਦੀ, ਤੇ ਉਹ ਵਾਲੀ ਗੱਲ ਹੈਗੀ ਕਿ ਕੋਈ ਪ੍ਰਾਪਰਟੀ ਕਿਸੇ ਵਾਸਤੇ ਬਹੁਤ ਚੰਗੀ ਹੈ, ਕਿਸੇ ਵਾਸਤੇ ਗਲਤ ਹੈ। ਇੱਕ ਬਜ਼ੁਰਗ ਹੈਗਾ ਜਿਹਦੀ ਉਮਰ 65 ਈਅਰ ਹੈ, ਉਹਦੇ ਵਾਸਤੇ ਬਿਲਕੁਲ ਡਿਫਰੈਂਟ ਪ੍ਰਾਪਰਟੀ ਚਾਹੀਦੀ ਹੈ, ਮੈਨੂੰ ਕਿਸੇ ਹਾਲਤ ਵਿੱਚ ਡਿਫਰੈਂਟ ਪ੍ਰਾਪਰਟੀ ਚਾਹੀਦੀ ਹੈ। ਪਰ ਇੱਕ ਯੰਗ ਬੱਚਾ 24-25 ਸਾਲ ਦਾ ਉਹ ਇਨਵੈਸਟ ਕਰ ਰਿਹਾ, ਉਹਦੇ ਵਾਸਤੇ ਬਿਲਕੁਲ ਆਪੋਜ਼ਿਟ ਚਾਹੀਦੀ ਹੈ। ਉਹ ਬਜ਼ੁਰਗ ਵਾਲੀ ਪ੍ਰਾਪਰਟੀ ਚਾਹੀਦੀ ਨਹੀਂ, ਸੀਨੀਅਰ ਵਾਲੀ ਪ੍ਰਾਪਰਟੀ ਉਹਨੂੰ ਦੇਣੀ ਨਹੀਂ। ਇੱਕ ਜਿਹੜਾ ਹੈਗਾ ਬੇਬੀ ਬੂਮਰ ਹੈਗਾ, 2 ਬੱਚੇ ਛੋਟੇ ਨੇ, ਯੰਗ 40-45 ਸਾਲ ਦਾ ਹੈਗਾ, ਉਹਦੇ ਵਾਸਤੇ ਬਿਲਕੁਲ ਡਿਫਰੈਂਟ ਚਾਹੀਦੀ ਹੈਗੀ, ਉਹਨਾਂ ਦੀ ਇਨਕਮ ਕਿੰਨੀ ਹੈਗੀ। ਇਸ ਕਰਕੇ ਮੈਂ ਬਜਾਏ ਦੱਸਣ ਦੇ ਕਿਹੜੀ ਪ੍ਰਾਪਰਟੀ, ਯੈਸ ਇਸ ਵਕਤ ਬਹੁਤ ਜ਼ਬਰਦਸਤ ਪ੍ਰਾਪਰਟੀ ਸਾਡੇ ਕੋਲ ਜਿਹੜੀ ਮੈਂ ਟੌਪ ਪ੍ਰੋਡਿਊਸਰ ਹੈਗਾ ਰੈਗਲਨ, ਜਿਹਦੇ ਮੈਂ ਬਾਰ-ਬਾਰ ਕਰਨਾ, ਅਸੀਂ ਇਸ ਤਰ੍ਹਾਂ ਨੈਗੋਸ਼ੀਏਟ ਕੀਤਾ ਕੈਮਰੋਸਟ ਬਿਲਡਰ ਨਾਲ ਕਿ 2030 ਤੱਕ ਉਹ ਗਰੰਟੀ ਲੈ ਰਿਹਾ ਕਿ ਤੁਹਾਡਾ ਕੈਸ਼ ਫਲੋ ਪੋਜ਼ਿਟਿਵ ਹੋਏਗਾ। 7 ਸਾਲ ਕੈਸ਼ ਫਲੋ ਪੋਜ਼ਿਟਿਵ ਹੋਏਗਾ, ਤੁਹਾਡੇ ਬੈਂਕ ਵਿੱਚ 2,500 ਮਹੀਨਾ ਆਏਗਾ। ਤੁਸੀਂ ਸੋਚੋ ਕੈਨ ਯੂ ਗੋ ਰੌਂਗ? 7 ਸਾਲ ਦੇ ਅੰਦਰ ਕਿਆ ਕੀਮਤ ਨਹੀਂ ਵਧੇਗੀ ਪ੍ਰਾਪਰਟੀ ਦੀ। ਤੇ ਇਸ ਤਰ੍ਹਾਂ ਦੀ ਪ੍ਰਾਪਰਟੀਜ਼ ਅਸੀਂ AAA ਟਾਈਪ ਦੀ ਲੈ ਕੇ ਆਉਂਦੇ ਹਾਂ। ਹੋਰ ਵੀ ਸਾਡੇ ਕੋਲ ਪ੍ਰਾਪਰਟੀ ਆ ਰਹੀਆਂ ਨੇ। ਇੱਕ ਹੁਣੇ ਕਿਪਲਿੰਗ ਜਿਹੜਾ ਹੈਗਾ ਸਟੇਸ਼ਨ ਕਾਂਡੋਜ਼ ਦਾ, ਜਿਸ ਤਰ੍ਹਾਂ ਹੁਣੇ ਅੱਜਕੱਲ ਬੜੀ ਹਵਾ ਚੱਲ ਰਹੀ ਹੈ, ਉਹ ਵੀ ਆਇਆ ਪਿਆ। ਵੈਰੀ ਨਾਈਸ ਬਿਲਡਰ, ਸੈਂਟਰ ਕੋਰਟ ਬਿਲਡਰ ਹੈਗਾ, ਬੜਾ ਵੱਡਾ ਅਸੀਂ ਨਾਲ ਕੰਮ ਕੀਤਾ ਹੋਇਆ। ਉਹ ਬਿਲਕੁਲ ਡਿਫਰੈਂਟ ਪ੍ਰਾਪਰਟੀ ਹੈਗੀ ਔਰ ਉਸ ਕਿਸਮ ਦੇ ਪੋਰਟਫੋਲੀਓ ਰੱਖਣ ਵਾਲੇ ਬੰਦੇ, ਉਹਨਾਂ ਨੂੰ ਇਹ ਬੜੀ ਸੂਟ ਕਰੇਗੀ ਕਿਪਲਿੰਗ ਕਾਂਡੋ। ਇਸ ਤਰ੍ਹਾਂ ਮੈਂ ਅਲੱਗ-ਅਲੱਗ ਪ੍ਰਾਪਰਟੀ ਨੂੰ ਕੈਟੇਗਰਾਈਜ਼ ਕਰਕੇ ਰੇਡੀਓ ਦੇ ਉੱਤੇ ਬੜਾ ਮੁਸ਼ਕਿਲ ਹੋ ਜਾਏਗਾ। ਤੇ ਸਿੰਪਲ ਤਰੀਕਾ ਹੈ, ਮੈਨੂੰ ਟੈਕਸਟ ਮੈਸੇਜ ਪਾਓ ਆਪਣੇ ਨਾਮ ਔਰ ਈਮੇਲ ਦੇ ਨਾਲ, ਹੈਵ ਐਨ ਅਪਾਇੰਟਮੈਂਟ। ਸਬਜ਼ੀ ਨਹੀਂ ਖਰੀਦ ਰਹੇ, ਘਰ ਖਰੀਦ ਰਹੇ ਹੋ, ਸਪੈਂਡ 45 ਮਿੰਟਸ, ਡਿਸਕਸ ਵਿਦ ਮੀ, ਤੁਹਾਡੀ ਅੱਖਾਂ ਖੁੱਲ ਜਾਣਗੀਆਂ। ਫਿਰ ਘਰ ਜਾ ਕੇ ਆਰਾਮ ਨਾਲ ਸੋਚਣਾ ਕੀ ਕਰਨਾ ਹੈ ਕੀ ਨਹੀਂ ਕਰਨਾ। ਤੁਸੀਂ ਇੰਨੇ ਟ੍ਰੈਂਡ ਜਾਓਗੇ ਕਿ ਤੁਸੀਂ ਖੁਦ ਹੀ ਡਿਸਾਈਡ ਕਰ ਲਓਗੇ ਅਗਲੀ ਵਾਰ ਮੈਂ ਕਿਹੜੀ ਪ੍ਰਾਪਰਟੀ ਲੈਣੀ ਹੈਗੀ। ਤੇ ਉਹਦੇ ਵਾਸਤੇ ਮੇਰਾ ਨੰਬਰ ਹੈ 6472994757 6472994757 ਔਰ ਯੂ ਕੈਨ ਆਲਸੋ ਵਿਜ਼ਿਟ teamsabarwal.com। ਮੈਂ ਇੱਕ ਗੱਲ ਹੋਰ ਦੱਸ ਦਿਆਂ, ਜਿਹੜੇ ਲੋਕੀ ਵੱਡੇ ਯੂਨਿਟ ਮੰਗ ਰਹੇ ਸੀ ਰੈਗਲਨ ਦੇ 2 ਬੈਡਰੂਮ ਕਾਂਡੋ ਦੀ, ਮੇਰੀ ਨੈਗੋਸ਼ੀਏਸ਼ਨ ਸ਼ੁਰੂ ਹੋ ਰਹੀ ਹੈ ਬਿਲਡਰ ਨਾਲ। ਤੇ ਆਈ ਮੇਕ ਅਪ ਜਿਹੜੇ ਵੱਡੀ ਇਨਵੈਸਟਮੈਂਟ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਵੀ ਬੜੀ ਜਲਦੀ ਮੈਂ ਉਹਨਾਂ ਕੋਲ ਆਵਾਂਗਾ। ਅਗਲੇ 5-7 ਦਿਨਾਂ ਦੇ ਅੰਦਰ ਮੇਰੀ ਮੀਟਿੰਗ ਹੈ ਬਿਲਡਰ ਨਾਲ 1 ਤਰੀਕ ਨੂੰ, ਤੇ ਉਹਦੇ ਬਾਅਦ ਲੈਟਸ ਸੀ ਹਾਊ ਇਟ ਵਰਕਸ। ਥੈਂਕ ਯੂ ਵੈਰੀ ਮਚ ਗੁਰਦੀਪ ਜੀ। ਬਹੁਤ ਸ਼ੁਕਰੀਆ ਪੀਕੇ ਜੀ ਤੁਹਾਡਾ ਵਾਈ ਮੀਡੀਆ ਨਾਲ ਗੱਲਬਾਤ ਕਰਨ ਲਈ। ਤੁਹਾਡੇ ਵਧੀਆ ਜਿਹੜੇ ਸੁਜੈਸ਼ਨ ਨੇ ਵਿਦ ਐਕਸਪੀਰੀਅੰਸ, ਸਾਰੇ ਇਹ ਸੁਜੈਸ਼ਨ ਜਿਹੜੇ ਮਾਇਨੇ ਰੱਖਦੇ ਨੇ। ਬਹੁਤ ਸਾਰੇ ਜਿਹੜੇ ਲਿਸਨਰ ਨੇ ਇਸ ਤੋਂ ਇਨਸਪੀਰੇਸ਼ਨ ਲੈ ਕੇ, ਇਸ ਤੋਂ ਸਿੱਖ ਕੇ ਕੁਝ ਸ਼ਾਇਦ ਇਨਵੈਸਟਮੈਂਟ ਕਰਨਗੇ। ਸੋ ਅਸੀਂ ਉਮੀਦ ਕਰਦੇ ਹਾਂ ਸਰ ਤੁਸੀਂ ਪ੍ਰੋਗਰਾਮ ਦੇ ਵਿੱਚ ਆਣ ਕੇ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਥੈਂਕ ਯੂ, ਸ਼ੁਕਰੀਆ।